ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹ ਡੋਲਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਜੀਵਨ ਦਾ ਲੜੀਵਾਰ ਇਤਿਹਾਸ ਸਰਵਣ ਕਰਨ ਵਾਸਤੇ ਆਪ ਜੀ ਜੁੜ ਬੈਠੇ ਹੋ। ਕੱਲ ਦੇ ਦੀਵਾਨਾਂ ਵਿੱਚ ਸਰਵਣ ਕੀਤਾ ਸੀ ਮਾਤਾ ਦਮੋਦਰੀ ਜੀ, ਆਪ ਜੀ ਦੇ ਇੱਕ ਵੱਡੇ ਭੈਣ ਬੀਬੀ ਰਾਮੋ, ਜੋ ਡਰੋਲੀ ਨਗਰ ਵਿੱਚ ਭਾਈ ਸਾਈਂ ਦਾਸ ਨਾਲ ਵਿਆਹੇ ਸਨ। ਭਾਈ ਸਾਈਂ ਦਾਸ ਜੀ ਨੂੰ ਡੱਲੇ ਨਗਰ ਵਿੱਚੋਂ ਗੁਰਸਿੱਖੀ ਦੀ ਪ੍ਰਾਪਤੀ ਹੋਈ ਔਰ ਕੁਝ ਸਮਾਂ ਇਹ ਡੱਲੇ ਨਗਰ ਵਿੱਚ ਹੀ ਆ ਕੇ ਵਸ ਗਏ ਸਨ। ਇੱਥੇ ਹੀ ਸਤ ਸੰਗਤ ਕਰਨੀ, ਬਾਣੀ ਪੜ੍ਹਨੀ। ਜਦੋਂ ਪੂਰਨ ਤੌਰ ਤੇ ਸਤਿਗੁਰਾਂ ਦੀ ਰਹਿਮਤ ਸਦਕਾ ਸਿੱਖੀ ਦੀ ਪ੍ਰਾਪਤੀ ਹੋਈ ਤੇ ਭਾਈ ਸਾਈਂ ਦਾਸ ਡਰੋਲੀ ਵਾਪਸ ਚਲੇ ਗਏ। ਉੱਥੇ ਉਹਨਾਂ ਨੇ ਇੱਕ ਘਰ ਬਣਾਇਆ। ਜਦੋਂ ਘਰ ਵਿੱਚ ਵਸਣ ਦਾ ਸਮਾਂ ਆਇਆ ਤੇ ਘਰ ਬੜਾ ਸੁੰਦਰ ਬਣਿਆ ਸੀ। ਵੇਖ ਕੇ ਕਹਿੰਦੇ ਕਿ ਇਹ ਸਾਡੇ ਯੋਗ ਨਹੀਂ, ਪਹਿਲਾਂ ਮਹਾਰਾਜ ਇਹਦੇ ਵਿੱਚ ਨਿਵਾਸ ਕਰਨਗੇ, ਉਸ ਤੋਂ ਬਾਅਦ ਅਸੀਂ ਘਰ ਵਿੱਚ ਵਸਾਂਗੇ। ਭਾਈ ਸਾਈਂ ਦਾਸ ਜੀ ਉੱਥੇ ਹੀ ਅਰਦਾਸਾਂ ਕਰਦੇ ਨੇ। ਉਹਨਾਂ ਇੱਕ ਪਲੰਘ ਬਣਾਇਆ। ਜਾਣਦੇ ਸਨ ਕਿ ਜਦੋਂ ਮਹਾਰਾਜ ਆਏ ਉਹਨਾਂ ਨਾਲ ਫੌਜਾਂ ਵੀ ਆਉਣਗੀਆਂ। ਅੰਨ ਇਕੱਠਾ ਕਰ ਲਿਆ, ਹਰ ਪ੍ਰਕਾਰ ਦੀ ਲੋੜ ਵਾਲੀ ਵਸਤੂ ਇਕੱਠੀ ਕਰਦੇ ਨੇ। ਪਰ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਨਾ ਹੋਏ ਤੇ ਇੱਕ ਦਿਨ ਬੀਬੀ ਰਾਮੋ ਕਹਿੰਦੀ ਹੈ, ਆਪ ਜੀ ਇੱਦਾਂ ਕਰੋ, ਜਾ ਕੇ ਅੰਮ੍ਰਿਤਸਰ ਸਾਹਿਬ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ ਬੁਲਾ ਲਿਆਓ। ਭਾਈ ਸਾਈਂ ਦਾਸ ਜੀ ਕਹਿਣ ਲੱਗੇ, ਜਿਹੜਾ ਅਣਜਾਣ ਹੋਵੇ ਨਾ ਉਹਨੂੰ ਕਹਿਣਾ ਬਣਦਾ ਹੈ। ਜਿਹੜਾ 14 ਭਵਨਾਂ ਵਿੱਚ ਰਹਿੰਦੇ ਹੋਏ ਜੀਵਾਂ ਦੇ ਹਿਰਦੇ ਦੀ ਜਾਣਦਾ ਹੈ, ਉਹਨੂੰ ਕੁਝ ਕਹਿਣ ਦੀ ਲੋੜ ਨਹੀਂ, ਉਹਨੂੰ ਬੁਲਾਉਣ ਦੀ ਵੀ ਲੋੜ ਨਹੀਂ, ਉਹਨੇ ਆਪੇ ਆ ਜਾਣਾ। ਭਾਈ ਸਾਈਂ ਦਾਸ ਦੇ ਅੰਦਰ ਦਾ ਪ੍ਰੇਮ, ਅੰਦਰ ਦੀ ਸ਼ਰਧਾ, ਅੰਦਰ ਦਾ ਵਿਸ਼ਵਾਸ ਦਿਨ ਪ੍ਰਤ ਦਿਨ ਵੱਧਦਾ ਗਿਆ। ਕੁਝ ਦਿਨ ਫਿਰ ਲੰਘ ਗਏ। ਫਿਰ ਬੀਬੀ ਰਾਮੋ ਕਹਿੰਦੀ, ਚਲੋ ਜੇ ਤੁਸੀਂ ਜਾਣਾ ਨਹੀਂ, ਤੁਸੀਂ ਚਿੱਠੀ ਭੇਜ ਦਿਓ, ਮਹਾਰਾਜ ਚਿੱਠੀ ਪੜ੍ਹ ਕੇ ਆ ਜਾਣਗੇ। ਭਾਈ ਸਾਈਂ ਦਾਸ ਜੀ ਕਹਿੰਦੇ, ਨਹੀਂ, ਮੈਨੂੰ ਇਹ ਵੀ ਮਨਜ਼ੂਰ ਨਹੀਂ। ਮੇਰੇ ਹਿਰਦੇ ਦਾ ਜਿਹੜਾ ਪ੍ਰੇਮ ਹੈ ਨਾ, ਅਜੇ ਇਹ ਕੱਚਾ ਹੋਵੇਗਾ ਤਾਂ ਹੀ ਮਹਾਰਾਜ ਨਹੀਂ ਆਏ। ਪਰ ਉਹ ਪ੍ਰੇਮ ਵੇਖ ਕੇ ਪ੍ਰਸੰਨ ਬੜੀ ਛੇਤੀ ਹੋ ਜਾਂਦੇ ਨੇ, ਆਉਣਗੇ ਜ਼ਰੂਰ। ਇਹੋ ਜੀ ਪਿਆਰ ਦੀ ਖਿੱਚ ਪਈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਮਨ ਵਿੱਚ ਸੋਚਣ ਲੱਗੇ ਵੀ ਜਾਈਏ ਕਿੱਧਰ। ਇੱਕ ਪਾਸੇ ਨਾਨਕ ਮਤੇ ਦੀ ਧਰਤੀ ਉੱਪਰ ਭਾਈ ਅਲਮਸਤ ਯਾਦ ਕਰਦੇ ਸਨ, ਉਹ ਵੀ ਪ੍ਰੇਮੀ ਸਿੱਖ ਨੇ। ਦੂਜੇ ਪਾਸੇ ਭਾਈ ਸਾਈਂ ਦਾਸ ਮਹਾਰਾਜ ਨੂੰ ਯਾਦ ਕਰਦੇ, ਉਹ ਵੀ ਪ੍ਰੇਮੀ ਸਿੱਖ ਨੇ। ਤੋ ਸਾਹਿਬ ਜੀ ਸੋਚਦੇ ਵੀ ਕਿਸ ਤਰ੍ਹਾਂ ਕਰੀਏ। ਭਾਈ ਅਲਮਸਤ ਵੱਲ ਵੀ ਜਾਣਾ ਜ਼ਰੂਰੀ ਹੈ, ਜਿਹੜਾ ਇਕੱਲਾ ਹੀ ਸਿੱਧਾਂ ਦੇ ਨਾਲ ਉਹਨਾਂ ਦਾ ਮੁਕਾਬਲਾ ਕਰ ਰਿਹਾ। ਤੇ ਭਾਈ ਸਾਈਂ ਦਾਸ ਦੇ ਘਰ ਵਿੱਚ ਵੀ ਜਾਣਾ ਜ਼ਰੂਰੀ ਹੈ, ਜੋ ਨਿਤ ਪ੍ਰਤ ਸਾਨੂੰ ਚੇਤੇ ਕਰਦਾ ਹੈ। ਤੋ ਆਓ ਅਗਲੇ ਪ੍ਰਕਰਨ ਸਰਵਣ ਕਰੀਏ। ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਸਮੂਹ ਗੁਰਸਿੱਖ ਸੰਗਤਾਂ ਪ੍ਰੇਮ ਸ਼ਰਧਾ ਭਾਵ ਪ੍ਰੇਮ ਸਦਕਾ ਜਪਣਾ ਕਰੋ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗੁਰ ਇਕੰਤ ਦਾਮੋਦਰੀ, ਨਿਕਟ ਸੋ ਬੈਠੀ ਆਏ। ਜਦੋਂ ਦੀਵਾਨ ਦੀ ਸਮਾਪਤੀ ਹੋਈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਚੱਲ ਕੇ ਆਪਣੇ ਮਹਿਲਾਂ ਵਿੱਚ ਆਏ। ਮਾਤਾ ਦਮੋਦਰੀ ਜੀ ਗੁਰਦੇਵ ਦੇ ਪਾਸ ਆ ਕੇ ਬਿਰਾਜਮਾਨ ਹੋਏ ਹਨ। ਤਿਸ ਕੀ ਬਹਿਨ ਪ੍ਰਸੰਗ ਕੋ ਸਗਰੋ ਦਿਓ ਸੁਨਾਏ। ਸਤਿਗੁਰ ਜੀ ਨੇ ਮਾਤਾ ਦਮੋਦਰੀ ਜੀ ਦੇ ਜਿਹੜੇ ਵੱਡੇ ਭੈਣ ਬੀਬੀ ਰਾਮੋ ਹੈ,
ਉਹਨਾਂ ਦਾ ਸਾਰਾ ਪ੍ਰਸੰਗ ਮਾਤਾ ਦਮੋਦਰੀ ਨੂੰ ਸੁਣਾਇਆ ਹੈ। ਚੌਪਈ ਸਾਈਂ ਦਾਸ ਸਦਨ ਚਨਵਾਇਓ। ਸਤਿਗੁਰੂ ਕਹਿਣ ਲੱਗੇ ਹਨ, ਦਮੋਦਰੀ ਜੀ, ਭਾਈ ਸਾਈਂ ਦਾਸ ਨੇ ਇੱਕ ਨਵਾਂ ਘਰ ਚਣਵਾਇਆ ਹੈ। ਇਕ ਸੁੰਦਰ ਪ੍ਰਣ ਹਿਰਦੈ ਵਸਾਇਓ। ਉਹਨਾਂ ਨੇ ਜਦੋਂ ਵੇਖਿਆ ਵੀ ਘਰ ਬੜਾ ਸੋਹਣਾ ਬਣ ਗਿਆ ਹੈ ਤੇ ਮਨ ਵਿੱਚ ਇੱਕ ਪ੍ਰਣ ਰੱਖ ਲਿਆ ਹੈ। ਤੋਹੇ ਸਹਿਤ ਚੈ ਹਮੈ ਬਸਾਇਓ। ਉਹਨਾਂ ਨੇ ਪ੍ਰਣ ਕੀਤਾ, ਉਹ ਤੇਰੇ ਸਮੇਤ ਸਾਨੂੰ ਪਹਿਲਾਂ ਆਪਣੇ ਘਰ ਵਿੱਚ ਵਸਾਣਾ ਚਾਹੁੰਦੇ ਹਨ। ਇਸ ਕਾਰਨ ਤੇ ਇਹਾ ਨਾ ਆਇਓ। ਇਸ ਕਾਰਨ ਕਰਕੇ ਉੱਥੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਨਹੀਂ ਆਏ। ਦੰਪਤ ਸਿਮਰਤ ਚਾਤਰਿਕ ਜੈਸੇ। ਜਿਵੇਂ ਇੱਕ ਚਾਤਰਕ ਸਵੰਤੀ ਬੂੰਦ ਦੇ ਲਈ ਪੁਕਾਰਾਂ ਕਰਦਾ ਹੈ, ਇਸੇ ਪ੍ਰਕਾਰ ਚਾਤਰਕ ਦੀ ਨਿਆਈ ਅੱਠੇ ਪਹਿਰੋਂ ਅਰਦਾਸ ਬੇਨਤੀਆਂ ਕਰਦੇ ਹਨ। ਨਿਸ ਦਿਨ ਮੈਂ ਬਿਸਰਤ ਨੈ ਕੈਸੇ। ਦਿਨ ਤੇ ਰਾਤ ਦੇ ਸਮੇਂ ਵਿੱਚ ਸਾਨੂੰ ਉਹ ਵਿਸਾਰਦੇ ਨਹੀਂ, ਦਿਨ ਰਾਤ ਹੀ ਚੇਤੇ ਕਰਦੇ ਰਹਿੰਦੇ ਹਨ। ਦੇਹੋ ਸਲਾਹੇ ਕਿਮ ਕਰਹਿ ਪਿਆਨਾ। ਹੁਣ ਤੁਸੀਂ ਸਲਾਹ ਦਿਓ ਕਿ ਅਸੀਂ ਕਿਵੇਂ ਜਾਈਏ। ਮਿਲੈ ਤਿਨੋ ਬ੍ਰਿਉ ਕਰਹਿ ਹਾਨਾ। ਇਦਾਂ ਦੀ ਸਲਾਹ ਦਿਓ ਕਿ ਅਸੀਂ ਉਹਨਾਂ ਨੂੰ ਜਾ ਕੇ ਮਿਲ ਵੀ ਲਈਏ ਤੇ ਉਹਨਾਂ ਦੇ ਅੰਦਰ ਦਾ ਜਿਹੜਾ ਬਿਰਹਿ ਦਾ ਵਿਛੋੜਾ ਹੈ, ਜਿਹੜਾ ਹਿਰਦੇ ਅੰਦਰ ਬਿਰਹਿ ਦਾ ਵਿਛੋੜੇ ਦਾ ਦੁੱਖ ਹੈ, ਉਹ ਵੀ ਨਿਵਰਤ ਹੋ ਜਾਵੇ। ਸੁਨਦਾ ਮੋਦਰੀ ਭਗਨ ਪ੍ਰਸੰਗ। ਇਹ ਬਚਨ ਜਦੋਂ ਮਾਤਾ ਦਮੋਦਰੀ ਜੀ ਨੇ ਸੁਣੇ ਹਨ, ਬਿਨੈ ਭਨੀ ਮਨ ਸੰਗ ਉਮੰਗ। ਦੋਨੇ ਹੱਥ ਜੋੜ ਕੇ ਬੜੀ ਉਮੰਗ ਦੇ ਨਾਲ ਅਰਦਾਸ ਕੀਤੀ ਹੈ। ਵਾਂਛਤ ਬਾਣੀ ਕਾਨ ਸੁਨਾਈ। ਸਤਿਗੁਰ ਜੀ, ਜੋ ਮੈਂ ਮਨ ਵਿੱਚ ਚਾਹੁੰਦੀ ਸੀ ਨਾ, ਆਪ ਜੀ ਨੇ ਉਹੀ ਬੋਲ ਮੈਨੂੰ ਸੁਣਾ ਦਿੱਤੇ ਹਨ। ਸਾਈਂ ਦਾਸ ਭਗਨ ਕੋ ਸਾਈਂ। ਸਤਿਗੁਰੂ ਜੀ, ਜਿਹੜੇ ਸਾਈਂ ਦਾਸ ਜੀ ਨੇ ਉਹ ਮੇਰੀ ਵੱਡੀ ਭੈਣ ਬੀਬੀ ਰਾਮੋ ਜੀ ਦੇ ਪਤੀ ਹਨ। ਏਵ ਕਾਮਨਾ ਜੇ ਤਿਨ ਕੀਨਾ। ਜੇਕਰ ਉਹਨਾਂ ਨੇ ਆਪਣੇ ਮਨ ਵਿੱਚ ਇਸ ਤਰ੍ਹਾਂ ਦੀ ਕਾਮਨਾ ਕੀਤੀ ਹੈ, ਦੰਪਤ ਸਿਮਰਤ ਜੇ ਬਨ ਦੀਨਾ। ਜੇਕਰ ਉਹ ਜੋੜਾ ਦੀਨ ਮਨ ਹੋ ਕਰਕੇ ਆਪ ਜੀ ਨੂੰ ਯਾਦ ਕਰਦਾ ਹੈ, ਚੇਤੇ ਕਰਦਾ ਹੈ, ਅਹੈ ਪ੍ਰੇਮ ਬਸ ਬਿਰਧ ਤੁਮਾਰੇ। ਤੇ ਸਤਿਗੁਰੂ ਇਹ ਤੁਹਾਡਾ ਬਿਰਧ, ਤੁਸੀਂ ਪ੍ਰੇਮ ਦੇ ਵਸ ਰਹਿੰਦੇ ਹੋ। ਦਾਸਨ ਕੇ ਸਦ ਹੀ ਹਿਤਕਾਰੇ। ਸਦਾ ਹੀ ਆਪਣੇ ਦਾਸਾਂ ਦੇ ਨਾਲ ਪ੍ਰੇਮ ਕਰਨ ਵਾਲੇ, ਪਿਆਰ ਕਰਨ ਵਾਲੇ ਹੋ। ਬਹੁਰ ਸੰਬੰਧ ਅਹੈ ਤਿਨ ਸਾਥ। ਇੱਕ ਪਾਸੇ ਤਾਂ ਉਹ ਤੁਹਾਡੇ ਪ੍ਰੇਮੀ ਸਿੱਖ ਨੇ ਤੇ ਦੂਜੀ ਗੱਲ ਮਹਾਰਾਜ ਉਹਨਾਂ ਦੇ ਨਾਲ ਫਿਰ ਸਾਡਾ ਦੁਨਿਆਵੀ ਸੰਬੰਧ ਵੀ ਹੈ। ਚਲੋ ਮਿਲੋ ਤੁਰਨ ਹੀ ਨਾਥ। ਇਸ ਕਰਕੇ ਪਾਤਸ਼ਾਹ ਆਪ ਕਿਰਪਾ ਕਰੋ, ਚੱਲ ਕੇ ਉਹਨਾਂ ਦੇ ਨਾਲ ਇੱਕ ਦਫਾ ਮਿਲਾਪ ਜ਼ਰੂਰ ਕਰ ਲਓ। ਵਿਛੜਨ ਤੇ ਬੀਤਿਓ ਚਿਰਕਾਲ। ਮੈਨੂੰ ਵੀ ਆਪਣੀ ਭੈਣ ਨਾਲੋਂ ਵਿਛੜਿਆ ਬੜਾ ਲੰਮਾ ਸਮਾਂ ਬਤੀਤ ਹੋ ਗਿਆ ਹੈ। ਦੇਖਣ ਕੋਜਤ ਚਹਤ ਵਿਸਾਲ। ਮੇਰਾ ਵੀ ਮਨ ਕਰਦਾ ਮੈਂ ਵੀ ਚੱਲ ਕੇ ਆਪਣੀ ਭੈਣ ਦਾ ਘਰ ਵੇਖ ਲਵਾਂ, ਉਹਨਾਂ ਨੂੰ ਚੱਲ ਕੇ ਮਿਲ ਲਵਾਂ। ਸ੍ਰੀ ਗੁਰ ਕਹਿਓ ਕਰੋ ਅਬ ਤਿਆਰੀ। ਸਤਿਗੁਰੂ ਕਹਿੰਦੇ ਫਿਰ ਠੀਕ ਹੈ, ਤੁਸੀਂ ਛੇਤੀ ਨਾਲ ਆਪਣੀ ਤਿਆਰੀ ਕਰ ਲਵੋ। ਕਮਹੁੰਡ ਰੋਲੀ ਬੇਲਮ ਬਿਸਾਰੀ। ਬਿਨਾਂ ਦੇਰੀ ਤੋਂ ਛੇਤੀ ਡਰੋਲੀ ਨਗਰ ਵਿਖੇ ਚਲੇ ਜਾਵੋ। ਨਿਸ ਦਿਨ ਕਸ ਕਤ ਹੈ ਮਨ ਮੇਰੋ। ਕਿਉਂਕਿ ਦਿਨ ਪ੍ਰਤ ਦਿਨ ਮੇਰਾ ਮਨ ਨਾ ਪ੍ਰੇਮ ਦੀ ਖਿੱਚ ਕਰਕੇ ਅੰਦਰੋਂ ਬੜਾ ਪੀੜ ਕਰਦਾ ਹੈ। ਮੇਰਾ ਹਿਰਦਾ ਵੀ ਪ੍ਰੇਮ ਕਰਕੇ, ਬਿਰਹ ਕਰਕੇ ਅੰਦਰੋਂ ਜਿਹੜਾ ਉਹ ਦੁਖਦਾ ਹੈ। ਜਾਨ ਜਾਨ ਤਿਨ ਪ੍ਰੇਮ ਕਨੇਰੋ। ਸਤਿਗੁਰੂ ਕਹਿੰਦੇ ਉਹਨਾਂ ਦੇ ਹਿਰਦੇ ਦਾ ਪ੍ਰੇਮ ਮਨ ਵਿੱਚ ਜਾਣ ਜਾਣ ਕੇ ਨਾ ਮੈਨੂੰ ਵੀ ਅੰਦਰੋਂ ਬੜੀ ਭਾਰੀ ਖਿੱਚ ਪੈਂਦੀ ਹੈ। ਮੈਂ ਵੀ ਇੱਕ ਪਲ ਵਾਸਤੇ ਉਹਨਾਂ ਸਿੱਖਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਰਹਿਓ ਨਾ ਜਾਹੇ ਮੋਹਿ ਤੇ ਕੈਸੇ। ਸਤਿਗੁਰੂ ਕਹਿੰਦੇ ਕਿਸੇ ਤਰ੍ਹਾਂ ਵੀ ਮੇਰੇ ਪਾਸੋਂ ਰਿਹਾ ਨਹੀਂ ਜਾਂਦਾ। ਭਗਤਾਂ ਨੇ ਪ੍ਰੇਮ ਨਾਲ ਪਰਮੇਸ਼ਰ ਨੂੰ ਵਸ ਕੀਤਾ ਹੈ। ਸਾਰਾ ਸੰਸਾਰ ਜਿਹੜਾ ਹੈ ਪਰਮੇਸ਼ਰ ਦੇ ਵਸ ਹੈ, ਪਰ ਪਰਮੇਸ਼ਰ ਭਗਤਾਂ ਦੇ ਵਸ ਹੈ। ਤੂੰ ਭਗਤਾ ਕੈ ਵਸ ਅਗਮ ਅਗੋਚਰਾ। ਹੇ ਵਾਹਿਗੁਰੂ, ਤੁਸੀਂ ਭਗਤਾਂ ਦੇ ਵਸ ਦੇ ਵਿੱਚ ਹੋ, ਸਾਰਾ ਸੰਸਾਰ ਤੁਹਾਡੇ ਵਸ ਵਿੱਚ ਹੈ। ਸਭ ਕੋ ਤੇਰਾ ਵਸ ਅਗਮ ਅਗੋਚਰਾ। ਤੂੰ ਭਗਤਾ ਕੈ ਵਸ ਭਗਤਾ ਤਾਣ ਤੇਰਾ। ਤੋ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿੰਦੇ ਹਨ ਕਿ ਮੇਰਾ ਵੀ ਚਿੱਤ ਬੜਾ ਚਾਹੁੰਦਾ ਕਿ ਮੈਂ ਜਾ ਕੇ ਉਹਨਾਂ ਪ੍ਰੇਮੀਆਂ ਨੂੰ ਇੱਕ ਵਾਰ ਵੇਖ ਲਵਾਂ, ਉਹ ਮੇਰੇ ਦੀਦਾਰ ਕਰ ਲੈਣ। ਬੰਦ ਜੇ ਬਾਰੂ ਬਾਰੀ ਜੈਸੇ। ਸਾਧ ਸੰਗਤ ਜੀ, ਸਤਿਗੁਰੂ ਜੀ ਕਹਿੰਦੇ ਹੁਣ ਤੁਸੀਂ ਛੇਤੀ ਕਰੋ, ਆਪਣੀ ਤਿਆਰੀ ਕਰ ਲਓ, ਕਿਉਂਕਿ ਸਾਡੇ ਕੋਲੋਂ ਰਿਹਾ ਨਹੀਂ ਜਾਂਦਾ। ਜਿਸ ਪ੍ਰਕਾਰ ਰੇਤੇ ਦਾ ਬੰਨ ਹੋਵੇ ਨਾ, ਉਹਦੇ ਨਾਲ ਕਦੇ ਪਾਣੀ ਰੁਕ ਨਹੀਂ ਸਕਦਾ।
ਰੇਤੇ ਦਾ ਬੰਨ ਰੁੜ ਜਾਂਦਾ ਹੈ। ਇਸੇ ਤਰ੍ਹਾਂ ਅਸੀਂ ਵੀ ਬੜਾ ਧੀਰਜ ਰੱਖਦੇ ਹਾਂ, ਅਸੀਂ ਪਰ ਧੀਰਜ ਰੱਖ ਨਹੀਂ ਸਕਦੇ, ਸਾਡਾ ਧੀਰਜ ਰੇਤੇ ਦੇ ਬੰਨ ਵਾਂਗੂ ਰੁੜ ਜਾਂਦਾ ਹੈ। ਇਮ ਕਹਿ ਮਾਤਾ ਕਹਿ ਡਿਗ ਆਏ। ਮਾਤਾ ਦਮੋਦਰੀ ਜੀ ਨੂੰ ਇਤਨੇ ਬਚਨ ਕਹਿ ਕੇ ਸਾਹਿਬ ਜੀ ਫਿਰ ਮਾਤਾ ਗੰਗਾ ਜੀ ਦੇ ਪਾਸ ਆਏ ਹਨ। ਦਉ ਦਿਸ਼ ਕੇ ਪ੍ਰਸਤਾਵ ਸੁਨਾਏ। ਸਤਿਗੁਰ ਜੀ ਨੇ ਦੋਹੇ ਦਿਸ਼ਾਵਾਂ ਦੇ ਪ੍ਰਸੰਗ ਜਿਹੜੇ ਸਨ ਉਹ ਮਾਤਾ ਗੰਗਾ ਜੀ ਨੂੰ ਸੁਣਾ ਦਿੱਤੇ। ਨਾਨਕ ਮਤੈ ਜ਼ਰੂਰੀ ਜਾਣਾ। ਗੁਰਦੇਵ ਕਹਿੰਦੇ ਮਾਤਾ ਜੀ ਸਾਡੇ ਲਈ ਨਾਨਕ ਮਤੇ ਜਾਣਾ ਵੀ ਬੜਾ ਜ਼ਰੂਰੀ ਹੈ। ਤਹਾਂ ਸਾਧ ਕੇ ਪ੍ਰੇਮ ਮਹਾਨਾ। ਉਥੇ ਭਾਈ ਅਲਮਸਤ ਬੈਠੇ ਨੇ ਜਿਨ੍ਹਾਂ ਦੇ ਮਨ ਅੰਦਰ ਸਾਡੇ ਪ੍ਰਤੀ ਬੜਾ ਅਥਾਹ ਪ੍ਰੇਮ ਹੈ। ਝਗਰੈ ਕਨ ਪਾਟੇ ਜੋਗਿਨ। ਕਿਉਂਕਿ ਕੰਨ ਪਾਟੇ ਜਿਹੜੇ ਜੋਗੀ ਹਨ ਉਹ ਝਗੜਾ ਕਰਦੇ ਨੇ ਭਾਈ ਅਲਮਸਤ ਦੇ ਨਾਲ। ਸਿੱਖ ਏਕਲ ਕੋ ਕੀਨ ਸਦੀਨ। ਤੇ ਉਹਨਾਂ ਨੇ ਇਕੱਲੇ ਸਿੱਖ ਨੂੰ ਨਾ ਬੜਾ ਦੀਨ ਬਣਾ ਦਿੱਤਾ ਹੈ। ਸਤਿਗੁਰ ਕੋ ਇਸ ਥਾਨ ਬੇਗਾਰਾ। ਗੁਰੂ ਨਾਨਕ ਸਾਹਿਬ ਦਾ ਜਿਹੜਾ ਪਾਵਨ ਸਥਾਨ ਹੈ ਉਹਦੀ ਵੀ ਉਹਨਾਂ ਬੇਅਦਬੀ ਕੀਤੀ ਹੈ। ਹਮਰੋ ਤਰਾਸ ਨਹੀਂ ਔਰ ਧਾਰਾ। ਔਰ ਉਹਨਾਂ ਨੇ ਸਾਡਾ ਵੀ ਡਰ ਨਹੀਂ ਮੰਨਿਆ, ਸਾਡਾ ਵੀ ਭੈ ਨਹੀਂ ਮੰਨਿਆ। ਬਨੋ ਸਹਾਏ ਸਥਾਨ ਛੁਰਾਵਾ। ਅਸੀਂ ਜਾ ਕੇ ਉਹਨਾਂ ਦੇ ਸਹਾਇਕ ਹੋਣਾ ਚਾਹੁੰਦੇ ਆ, ਭਾਵ ਭਾਈ ਅਲਮਸਤ ਦੀ ਮਦਦ ਕਰਨਾ ਚਾਹੁੰਦੇ ਆ। ਤੇ ਜਿਸ ਸਥਾਨ ਤੇ ਕੰਨ ਪਾਟੇ ਜੋਗੀਆਂ ਨੇ ਕਬਜ਼ਾ ਕੀਤਾ ਉਹ ਸਥਾਨ ਅਸੀਂ ਛੁਡਾਉਣਾ ਚਾਹੁੰਦੇ ਹਾਂ। ਬਿਲਮ ਬਹੀਨ ਤਹਾਂ ਕੋ ਜਾਵੋ। ਬਿਨਾਂ ਕਿਸੇ ਦੇਰੀ ਤੋਂ ਅਸੀਂ ਛੇਤੀ ਤੋਂ ਛੇਤੀ ਨਾਨਕ ਮਤੇ ਜਾਣਾ ਚਾਹੁੰਦੇ ਹਾਂ। ਦੁਤਿਆ ਪ੍ਰਸੰਗ ਡਰੋਲੀ ਮਾਹੇ। ਤੇ ਮਾਤਾ ਜੀ ਜਿਹੜਾ ਦੂਜਾ ਪ੍ਰਸੰਗ ਹੈ ਉਹ ਡਰੋਲੀ ਨਗਰ ਦਾ ਹੈ। ਔਰ ਨੁਖਾਕੀ ਭਗਨੀ ਤਾਹੇ। ਤੁਹਾਡੀ ਜਿਹੜੀ ਨੂੰਹ ਦਮੋਦਰੀ ਹੈ ਉਹਨਾਂ ਦੀ ਵੱਡੀ ਭੈਣ ਡਰੋਲੀ ਵਿਖੇ ਵਿਆਹੀ ਹੋਈ ਹੈ। ਪਤ ਜੁਤ ਸਿਮਰਤ ਸਦਨ ਉਤਾਰਨ। ਉਹਨਾਂ ਦੇ ਪਤੀ ਭਾਈ ਸਾਈਂ ਦਾਸ ਜੀ ਉਹ ਦਿਨ ਰਾਤ ਸਾਨੂੰ ਯਾਦ ਕਰਦੇ ਨੇ, ਕਿਉਂਕਿ ਉਹ ਚਾਹੁੰਦੇ ਨੇ ਕਿ ਅਸੀਂ ਦਮੋਦਰੀ ਜੀ ਦੇ ਸਮੇਤ ਜਾ ਕੇ ਉਹਨਾਂ ਦੇ ਘਰ ਦੇ ਵਿੱਚ ਉਤਾਰਾ ਕਰੀਏ। ਹਮ ਹਿਤ ਕੀਨ ਨਵੀਨ ਉਸਾਰਨਾ। ਉਹਨਾਂ ਸਾਡੇ ਵਾਸਤੇ ਇੱਕ ਨਵਾਂ ਘਰ ਤਿਆਰ ਕੀਤਾ ਹੈ। ਜਿਸ ਮੈਂ ਆਪ ਨਾ ਪ੍ਰਵੇਸ਼ੈ ਸੋਏ। ਨਵਾਂ ਘਰ ਬਣਾ ਕੇ ਨਾ ਉਹ ਘਰ ਦੇ ਵਿੱਚ ਆਪ ਨਹੀਂ ਵਸੇ, ਆਪ ਉਹਨਾਂ ਨੇ ਘਰ ਵਿੱਚ ਕਦਮ ਤੱਕ ਨਹੀਂ ਰੱਖਿਆ। ਪ੍ਰਥਮ ਨਿਵਾਸ ਗੁਰੂ ਕੋ ਹੋਏ। ਮਨ ਵਿੱਚ ਇਹੀ ਚਾਹੁੰਦੇ ਕਿ ਸਭ ਤੋਂ ਪਹਿਲਾਂ ਇਸ ਘਰ ਦੇ ਵਿੱਚ ਗੁਰੂ ਸਾਹਿਬ ਦਾ ਨਿਵਾਸ ਹੋਵੇਗਾ। ਪਾਛੇ ਆਪ ਬਸਨ ਤੈ ਚਾਹੈ। ਉਸ ਤੋਂ ਬਾਅਦ ਫਿਰ ਅਸੀਂ ਬਾਅਦ ਵਿੱਚ ਇਸ ਘਰ ਦੇ ਵਿੱਚ ਵਸਾਂਗੇ। ਪਹਿਲਾਂ ਗੁਰੂ ਦੇ ਚਰਨ ਪੈਣਗੇ, ਗੁਰੂ ਹਰਗੋਬਿੰਦ ਸਾਹਿਬ ਜੀ ਵਸਣਗੇ ਤੇ ਬਾਅਦ ਵਿੱਚ ਫਿਰ ਸਾਡਾ ਇੱਥੇ ਵਾਸਾ ਹੋਵੇਗਾ। ਨਿਸ ਦਿਨ ਮਾਮਾ ਸਿਮਰਨ ਮਨ ਮਾਹੈ। ਦਿਨ ਤੇ ਰਾਤ ਦਾ ਜਿਹੜਾ ਸਮਾਂ ਹੈ ਉਹ ਇਸ ਤਰ੍ਹਾਂ ਸਿਮਰਨ ਦੇ ਵਿੱਚ ਹੀ ਬਤੀਤ ਕਰਦੇ ਹਨ। ਸੁਨ ਮਾਤਾ ਨੇ ਸੁਤ ਚਿਤ ਕੇਰੀ। ਇਸ ਤਰ੍ਹਾਂ ਮਾਤਾ ਗੰਗਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਬਚਨ ਸੁਣੇ ਹਨ। ਕਹਿਓ ਬਾਟ ਤੋਏ ਪਰਹਿ ਕਨੇਰੀ। ਮਾਤਾ ਜੀ ਆਖਣ ਲੱਗੇ ਕਿ ਨਾਨਕ ਮਤੇ ਦੀ ਜਿਹੜੀ ਬਾਟ ਹੈ ਨਾ ਇਹ ਜਿਹੜਾ ਪੈਂਡਾ ਤੁਹਾਨੂੰ ਬਹੁਤ ਜ਼ਿਆਦਾ ਪੈ ਜਾਵੇਗਾ। ਪੂਰਬ ਮੈਂ ਸਥਾਨ ਬਹੁ ਦੂਰਾ। ਕਿਉਂਕਿ ਇਹ ਜਿਹੜਾ ਨਾਨਕ ਮਤਾ ਸਥਾਨ ਹੈ ਇਹ ਪੂਰਬ ਦੇ ਇਲਾਕੇ ਵਿੱਚ ਹੈ ਤੇ ਪੰਜਾਬ ਤੋਂ ਬਹੁਤ ਹੀ ਦੂਰ ਹੈ। ਤਹਾਂ ਜਾਣ ਕੋ ਚਾਹੈ ਜ਼ਰੂਰਾ। ਤੇ ਤੁਸੀਂ ਉਸ ਸਥਾਨ ਤੇ ਜ਼ਰੂਰ ਜਾਣਾ ਵੀ ਚਾਹੁੰਦੇ ਹੋ। ਬਹੁਰ ਡਰੋਲੀ ਜੁਤ ਪਰਵਾਰਾ। ਉਸ ਤੋਂ ਬਾਅਦ ਫਿਰ ਜਿਹੜਾ ਡਰੋਲੀ ਨਗਰ ਹੈ ਇੱਥੇ ਵੀ ਤੁਸੀਂ ਪਰਿਵਾਰ ਦੇ ਸਮੇਤ ਜਾਣਾ ਚਾਹੁੰਦੇ ਹੋ। ਗਮਨੇ ਚਾਹਤ ਪ੍ਰੇਮ ਸੰਭਾਰਾ। ਦੋਹਾਂ ਪਾਸਿਆਂ ਤੋਂ ਸਿੱਖਾਂ ਦਾ ਪ੍ਰੇਮ ਸੰਭਾਲ ਕੇ ਤੁਸੀਂ ਜਾਣਾ ਚਾਹੁੰਦੇ ਹੋ। ਤੁਮ ਸਮਰੱਥ ਕਰੋ ਜਿਮ ਭਾਵੈ। ਮਾਤਾ ਗੰਗਾ ਜੀ ਕਹਿੰਦੇ ਮਹਾਰਾਜ ਤੁਸੀਂ ਸਮਰੱਥ ਹੋ, ਜਿਵੇਂ ਤੁਹਾਨੂੰ ਚੰਗਾ ਲੱਗਦਾ ਜਿਵੇਂ ਭਾਵਦਾ ਉਸੇ ਤਰ੍ਹਾਂ ਹੀ ਕਰ ਲਵੋ। ਜਿਸ ਕਰ ਬੇਬਿਨ ਨਹਿ ਬਨ ਆਵੈ। ਮਹਾਰਾਜ ਜਿਹੜਾ ਕਾਰਜ ਕਰਨ ਤੋਂ ਬਿਨਾਂ ਬਣ ਨਹੀਂ ਆਉਂਦੀ ਉਹ ਕਾਰਜ ਕਰਨਾ ਬੜਾ ਜ਼ਰੂਰੀ ਹੈ। ਭਾਈ ਅਲਮਸਤ ਦੀ ਮਦਦ ਕਰਨੀ ਵੀ ਜ਼ਰੂਰੀ ਹੈ। ਭਾਈ ਸਾਈਂ ਦਾਸ ਦੇ ਗ੍ਰਹਿ ਵਿਖੇ ਜਾਣਾ ਵੀ ਜ਼ਰੂਰੀ ਹੈ। ਇਸ ਵਾਸਤੇ ਜਿਹੜਾ ਕਾਰਜ ਕਰੇ ਬਿਨਾ ਸਰਦਾ ਨਹੀਂ ਉਹ ਕਾਰਜ ਤੁਸੀਂ ਜ਼ਰੂਰ ਕਰ ਲਵੋ। ਸੁਨ ਗੰਗਾ ਤੇ ਗੁਰੂ ਉਚਾਰੀ। ਮਾਤਾ ਗੰਗਾ ਜੀ ਤੋਂ ਬਚਨ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਫਰਮਾਨ ਕਰਦੇ ਹਨ। ਇਸ ਪ੍ਰਕਾਰ ਹਮ ਹਿਰਦੈ ਵਿਚਾਰੀ। ਸਤਿਗੁਰੂ ਕਹਿੰਦੇ ਅਸੀਂ ਵੀ ਇਸ ਪ੍ਰਕਾਰ ਆਪਣੇ ਹਿਰਦੇ ਅੰਦਰ ਵਿਚਾਰ ਕੀਤੀ ਹੈ। ਦੋਨੋਂ ਨੁਖਾ ਸੰਗ ਨਿਜ ਲੀਜੈ। ਤੁਸੀਂ ਇਸ ਤਰ੍ਹਾਂ ਕਰੋ ਆਪਣੀਆਂ ਦੋਵੇਂ ਜਿਹੜੀਆਂ ਨੂੰਹਾਂ ਨੇ ਉਹਨਾਂ ਨੂੰ ਨਾਲ
ਨਾਲ ਲੈ ਲਵੋ। ਗਮਨ ਡਰੋਲੀ ਕੋ ਤੁਮ ਕੀਜੈ, ਤੇ ਡਰੋਲੀ ਨਗਰ ਵਿਖੇ ਤੁਸੀਂ ਚਲੇ ਜਾਵੋ। ਚੱਲ ਧੀਰਜ ਦਿਓ ਸਾਈਂ ਦਾਸ, ਡਰੋਲੀ ਵਿੱਚ ਜਾ ਕੇ ਭਾਈ ਸਾਈਂ ਦਾਸ ਨੂੰ ਤੁਸੀਂ ਧੀਰਜ ਦਿਓ ਕਿ ਅਸੀਂ ਕੁਝ ਸਮੇਂ ਬਾਅਦ ਜ਼ਰੂਰ ਉਹਨਾਂ ਦੇ ਘਰ ਵਿੱਚ ਜਾਵਾਂਗੇ। ਮਿਲ ਕਰ ਬਾਸੋ ਤਾਹੇ ਆਵਾਸ, ਤੇ ਹੁਣ ਤੁਸੀਂ ਆਪਣੇ ਨੂੰਹਾਂ ਦੇ ਸਮੇਤ ਭਾਈ ਸਾਈਂ ਦਾਸ ਦੇ ਘਰ ਵਿੱਚ ਜਾ ਕੇ ਵਸ ਜਾਵੋ। ਦਾਸੀ ਦਾਸ ਲਿਹੋ ਸਭ ਸੰਗ, ਆਪਣੇ ਨਾਲ ਦਾਸੀਆਂ ਲੈ ਲਓ, ਗੁਰੂ ਘਰ ਦੇ ਸੇਵਕ ਲੈ ਲਵੋ। ਸੋ ਭੱਟ 25 ਜੋ ਚੜੇ ਤੋ ਰੰਗ, ਤੇ ਨਾਲ ਤੁਹਾਡੇ 25 ਕਸੂਰਮੇ ਜਾਣਗੇ ਜਿਹੜੇ ਘੁੜਸਵਾਰ ਹਨ। ਸਿੰਦਨ ਬਹਿਲ ਸਕਟ ਤਰ ਭਾਰਾ, ਆਪਣਾ ਜਿਹੜਾ ਸਾਜੋ ਸਮਾਨ ਹੈ ਉਹ ਤੁਸੀਂ ਗੱਡਿਆਂ ਤੇ ਬਹਿਲਾਂ ਤੇ ਰੱਖ ਲਵੋ। ਸਨੈ ਸਨੈ ਕਰ ਪੰਥ ਪਧਾਰਾ, ਤੇ ਹੌਲੀ ਹੌਲੀ ਚੱਲਦੇ ਤੁਸੀਂ ਡਰੋਲੀ ਨਗਰ ਚਲੇ ਜਾਵੋ। ਸੁਖ ਸੋ ਸਭ ਸੰਭਾਰ ਬਸੀਜੈ, ਇਸ ਤਰ੍ਹਾਂ ਸੁੱਖਾਂ ਦੇ ਸਮੇਤ ਸਾਰਾ ਕੁਝ ਸੰਭਾਲ ਕੇ ਡਰੋਲੀ ਵਿੱਚ ਵਸ ਜਾਵੋ। ਹਮ ਆਗਮਨ ਪ੍ਰਤੀਖਨ ਕੀਜੈ, ਤੇ ਸਾਡੇ ਆਗਮਨ ਦੀ, ਸਾਡੇ ਆਉਣ ਦੀ ਉਡੀਕ ਤੁਸੀਂ ਡਰੋਲੀ ਨਗਰ ਵਿਖੇ ਹੀ ਕਰਨੀ ਹੈ। ਇੱਥੇ ਨਹੀਂ ਆਉਣਾ, ਅਸੀਂ ਤੁਹਾਨੂੰ ਉੱਥੇ ਹੀ ਮਿਲਾਂਗੇ ਤੇ ਤੁਸੀਂ ਸਾਡੇ ਆਉਣ ਦੀ ਉਡੀਕ ਕਰਨੀ ਬਿਨ ਹੈ। ਕੇਤਕ ਮੈਂ ਹਮ ਚਲ ਆਵੈ, ਅਸੀਂ ਕੁਝ ਕੁ ਦਿਨਾਂ ਦੇ ਵਿੱਚ ਵਾਪਸ ਆ ਜਾਵਾਂਗੇ। ਮਿਲੈ ਡਰੋਲੀ ਆਨੰਦ ਉਪਾਵੈ, ਡਰੋਲੀ ਵਿੱਚ ਤੁਹਾਨੂੰ ਮਿਲ ਕੇ ਫਿਰ ਆਨੰਦ ਦੀ ਪ੍ਰਾਪਤੀ ਕਰਾਂਗੇ। ਇਮ ਮਸਲਤ ਕਰ ਮਾਤਾ ਸਾਥ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਮਾਤਾ ਗੰਗਾ ਜੀ ਦੇ ਨਾਲ ਸਲਾਹ ਮਸ਼ਵਰਾ ਕੀਤਾ ਹੈ। ਨਿਕਸੇ ਆਏ ਸਭਾ ਮੈਂ ਨਾਥ, ਉਪਰੰਤ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੀ ਸਭਾ ਦੇ ਵਿੱਚ ਪ੍ਰਵੇਸ਼ ਹੋਏ ਹਨ। ਰਿਦ ਜੁਤ ਸਭ ਭਿੰਨ ਮਸੰਦਨ ਸੰਗ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਹੋਰ ਗੁਰੂ ਘਰ ਦੇ ਜਿੰਨੇ ਵੀ ਮਸੰਦ ਆਦਿਕ ਹਨ, ਚਲਬੇ ਬਰਨਿਓ ਸਕਲ ਪ੍ਰਸੰਗ, ਸਤਿਗੁਰਾਂ ਨੇ ਸਾਰਿਆਂ ਨੂੰ ਨਾਨਕ ਮਤੇ ਜਾਣ ਦਾ ਜਿਹੜਾ ਪ੍ਰਸੰਗ ਹੈ ਉਹ ਸੁਣਾ ਦਿੱਤਾ ਹੈ। ਬਨਿਓ ਅਵਸ਼ਕ ਜਾਨ ਹਮਾਰਾ, ਹੁਕਮ ਹੋਇਆ ਕਿ ਸਾਡਾ ਨਾਨਕ ਮਤੇ ਜਾਣਾ ਅਵਸ਼ਕ ਬਣ ਗਿਆ ਹੈ। ਕਰ ਨਿਰਣੈ ਚਿਤਲੀਨ ਵਿਚਾਰਾ, ਅਸੀਂ ਚੇਤੰਦਰ ਵਿਚਾਰ ਕਰਕੇ ਹੁਣ ਜਾਣ ਦਾ ਨਿਰਣਾ ਕਰ ਲਿਆ ਹੈ। ਬਿਰੋ ਹੋਣ ਤੇ ਸਭ ਅਕੁਲਾਏ, ਜਦੋਂ ਸਿੱਖਾਂ ਨੇ ਬਚਨ ਸੁਣੇ ਤੇ ਗੁਰੂ ਸਾਹਿਬ ਜੀ ਨਾਲੋਂ ਵਿਛੜਨ ਕਰਕੇ, ਬਿਰਹਿ ਦੇ ਕਰਕੇ ਸਿੱਖ ਜਿਹੜੇ ਸਾਨੂੰ ਬੜੇ ਵਿਆਕੁਲ ਹੋ ਗਏ ਹਨ। ਨਿਜ ਨਿਜ ਹਿਤ ਕੇ ਬਾਕ ਸੁਨਾਏ, ਹਰ ਕਿਸੇ ਨੇ ਆਪਣੇ ਆਪਣੇ ਪ੍ਰੇਮ ਦੇ ਬਚਨ ਗੁਰੂ ਸਾਹਿਬ ਜੀ ਨੂੰ ਸੁਣਾਏ ਹਨ। ਦੀਨ ਖਿਲ ਕੋ ਧੀਰ ਕਨੇਰੇ, ਸਾਰੀਆਂ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਜੀ ਨੇ ਧੀਰਜ ਦਿੱਤਾ ਹੈ। ਕਰੀ ਮਾਤ ਤਿਆਰੀ ਤਿਸ ਬੇਰੇ, ਇਧਰ ਮਾਤਾ ਗੰਗਾ ਜੀ ਨੇ ਡਰੋਲੀ ਜਾਣ ਦੀ ਤਿਆਰੀ ਕਰ ਲਈ ਹੈ। ਨਾਰ ਨਗਰ ਕੀ ਸੁਨ ਕਰ ਆਈ, ਨਗਰ ਨਿਵਾਸੀ ਜਿਹੜੀਆਂ ਬੀਬੀਆਂ ਸਨ, ਜਦੋਂ ਉਹਨਾਂ ਸੁਣਿਆ ਕਿ ਗੁਰੂ ਸਾਹਿਬ ਜੀ ਦੇ ਮਾਤਾ ਗੰਗਾ ਜੀ ਇਥੋਂ ਨਗਰ ਤੋਂ ਦੂਸਰੇ ਨਗਰ ਡਰੋਲੀ ਵਿਖੇ ਜਾ ਰਹੇ, ਉਹਨਾਂ ਦੀਆਂ ਨੂੰਹਾਂ ਵੀ ਨਾਲ ਜਾ ਰਹੀਆਂ ਨੇ, ਇਹ ਖਬਰ ਸੁਣ ਕੇ ਸਾਰੀਆਂ ਬੀਬੀਆਂ ਇਕੱਠੀਆਂ ਹੋ ਕੇ ਆ ਗਈਆਂ ਹਨ। ਅਰਪ ਅਕੋਰਨ ਬਿਨੈ ਅਲਾਈ, ਸਭ ਨੇ ਭਟਾਵਾਂ ਭੇਟ ਕੀਤੀਆਂ ਤੇ ਅਰਦਾਸ ਕਰਦੀਆਂ ਹਨ। ਤੁਰਨ ਨਿਜ ਪੁਰ ਕੀ ਸੁਧ ਲੀਜੈ, ਮਾਤਾ ਜੀ ਆਪ ਜੀ ਜਾ ਰਹੇ ਹੋ, ਕਿਰਪਾ ਕਰਨਾ ਛੇਤੀ ਵਾਪਸ ਆਉਣਾ। ਇਸ ਨਗਰ ਦੀ ਖਬਰਸਾਰ ਤੁਸੀਂ ਮੁੜ ਕੇ ਲੈਣੀ ਹੈ। ਆਨ ਹਮੇ ਦਰਸ਼ਨ ਕੋ ਦੀਜੈ, ਜਿਵੇਂ ਹੁਣ ਦਰਸ਼ਨ ਦਿੰਦੇ ਹੋ ਇਸੇ ਤਰ੍ਹਾਂ ਵਾਪਸ ਮੁੜ ਕੇ ਆ ਕੇ ਦੁਬਾਰਾ ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ਣੀ। ਤੁਮਰੇ ਕਰ ਸਨਾਤ ਹਮ ਸਾਰੇ, ਸਤਿਗੁਰੂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ, ਮਾਤਾ ਗੰਗਾ ਜੀ, ਤੁਹਾਡੇ ਕਰਕੇ ਅਸੀਂ ਮਾਲਕ ਵਾਲੇ ਆ। ਸਾਨੂੰ ਲੱਗਦਾ ਹੈ ਕਿ ਸਾਡਾ ਮਾਲਕ ਇਸ ਨਗਰ ਵਿੱਚ ਰਹਿੰਦਾ ਹੈ। ਭਾਵ ਇਹ ਹੈ ਵੀ ਅਸੀਂ ਸਾਰੇ ਜਾਣੇ ਤੁਹਾਡੇ ਆਸਰੇ ਰਹਿੰਦੇ ਹਾਂ। ਏਕ ਆਸਰੋ ਗੁਰ ਕੋ ਧਾਰੇ, ਅਸਾਂ ਸਾਰਿਆਂ ਨੇ ਇੱਕ ਗੁਰੂ ਦਾ ਹੀ ਆਸਰਾ ਹਿਰਦੇ ਵਿੱਚ ਧਾਰਿਆ ਹੈ। ਤੁਮ ਬਿਨ ਰਖਿਅਕ ਕੌਣ ਹਮਾਰਾ, ਕਿਉਂਕਿ ਤੁਹਾਡੇ ਤੋਂ ਬਿਨਾ, ਸਤਿਗੁਰੂ ਮਹਾਰਾਜ ਜੀ ਤੋਂ ਬਿਨਾ ਸਾਡਾ ਕੋਈ ਵੀ ਰਖਿਅਕ ਨਹੀਂ ਹੈ। ਤਾਂ ਤੇ ਵਹਿਰ ਨ ਬਹੁ ਦਿਨ ਟਾਰਾ, ਇਸ ਵਾਸਤੇ ਬਹੁਤੇ ਦਿਨ ਤੁਸੀਂ ਅੰਮ੍ਰਿਤਸਰ ਸਾਹਿਬ ਤੋਂ ਬਾਹਰ ਬਤੀਤ ਨਾ ਕਰਨੇ। ਸੁਨ ਮਾਤਾ ਨੇ ਧੀਰਜ ਦੀਨੋ, ਇਹ ਵਚਨ ਸੁਣ ਕੇ ਮਾਤਾ ਗੰਗਾ ਜੀ ਨੇ ਸਭਨਾਂ ਨੂੰ ਧੀਰਜ ਦਿੱਤਾ ਗੁਰ ਹੈ। ਕੇ ਰਖਿਅਕ ਨਿਤ ਗੁਰ ਚੀਨੋ, ਮਾਤਾ ਜੀ ਆਖਣ ਲੱਗੇ ਕਿ ਇਸ ਨਗਰੀ ਦੇ ਜਿਹੜੇ ਰਖਿਅਕ ਨੇ ਨਾ, ਉਹ ਗੁਰੂ ਰਾਮਦਾਸ ਮਹਾਰਾਜ ਜੀ ਆਪ ਨੇ, ਜਿਨ੍ਹਾਂ ਨੇ ਇਹ ਨਗਰੀ ਵਸਾਈ ਹੈ। ਜਿਹੜੇ ਇਸ ਘਰ ਦੇ ਵਿੱਚ ਰਹਿੰਦੇ ਨੇ ਗੁਰੂ ਰਾਮਦਾਸ ਮਹਾਰਾਜ,
ਉਹ ਆਪਣੀ ਨਗਰੀ ਦੇ ਆਪ ਹੀ ਰੱਖਿਅਕ ਹਨ। ਕਰਹੁ ਆਰਾਧਨ ਸ੍ਰੀ ਹਰਿਮੰਦਰ। ਤੁਸੀਂ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਵਿਖੇ ਜਾ ਕੇ ਅਕਾਲ ਪੁਰਖ ਦੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਆਰਾਧਨਾ ਕਰਨੀ ਹੈ। ਜਾਗਤ ਜੋਤ ਗੁਰੂ ਕੀ ਅੰਦਰ। ਕਿਉਂਕਿ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰੂ ਦੀ ਜਾਗਦੀ ਜੋਤ ਵਸਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ। ਇੱਥੇ ਸਤਿਗੁਰੂ ਪ੍ਰਤੱਖ ਵਸਦੇ ਨੇ। ਇਹ ਰੱਬ ਦਾ ਘਰ ਹੈ। ਇਹ ਆਪੇ ਤੁਹਾਡੀ ਰੱਖਿਆ ਕਰਨਗੇ। ਦੁਨੀਆ ਦੇ ਵਿੱਚ ਇੰਨੇ ਜ਼ਿਆਦੇ ਹਮਲੇ ਕਿਸੇ ਵੀ ਧਾਰਮਿਕ ਸਥਾਨ ਤੇ ਨਹੀਂ ਹੋਏ ਜਿੰਨੇ ਜ਼ਿਆਦੇ ਹਮਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੋਏ। ਦੁਨੀਆ ਦੀ ਹਰ ਇੱਕ ਸਰਕਾਰ ਨੇ ਅੱਜ ਤਾਈਂ ਜਿਨ੍ਹਾਂ ਦਾ ਰਾਜ ਇਸ ਹਿੰਦੁਸਤਾਨ ਦੀ ਧਰਤੀ ਤੇ ਰਿਹਾ, ਉਹਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਮਲੇ ਜ਼ਰੂਰ ਕੀਤੇ। ਸਭ ਤੋਂ ਪਹਿਲਾਂ ਅਬਦਾਲੀ ਵਰਗੇ ਹਮਲੇ ਕਰਦੇ ਰਹੇ। ਮੱਸੇ ਰੰਗੜ ਵਰਗਿਆਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਕੀਤੀ ਹੈ। ਔਰ ਸਾਧ ਸੰਗਤ ਜੀ, ਬਾਅਦ ਵਿੱਚ ਸਮਾਂ ਆਇਆ ਜਦੋਂ ਅੰਗਰੇਜ਼ ਆਏ, ਉਹਨਾਂ ਨੇ ਵੀ ਕਬਜ਼ਾ ਕੀਤਾ। ਉਹਨਾਂ ਦੇ ਜਿਹੜੇ ਵਾਰਿਸ ਰਾਏ ਸਨ, ਉਹ ਵੀ ਜੁੱਤੀਆਂ ਦੇ ਸਮੇਤ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਅੰਦਰ ਜਾਂਦੇ ਰਹੇ। ਉਥੇ ਚੰਦੋਏ ਚਾਨਣੀਆਂ ਲਾ ਕਰਕੇ ਬਹਿੰਦੇ ਰਹੇ ਜਦੋਂ ਮਹੰਤਾਂ ਦਾ ਕਬਜ਼ਾ ਸੀਗਾ ਇੱਥੇ। ਉਸ ਤੋਂ ਬਾਅਦ ਜਦੋਂ ਇਹ ਸਾਡੀ ਹੁਣ ਦੀ ਸਰਕਾਰ, ਦੇਸ਼ ਦੀ ਸਰਕਾਰ ਬਣੀ ਹੈ, ਜਦੋਂ ਇਸ ਹਿੰਦੁਸਤਾਨ ਨੂੰ ਕਹਿੰਦੇ ਆਜ਼ਾਦੀ ਮਿਲੀ, ਮੈਂ ਤਾਂ ਕਹਿੰਦਾ ਵੀ ਸਿੱਖ ਗੁਲਾਮ ਹੀ ਹੋਏ। ਆਜ਼ਾਦੀ ਤਾਂ ਖੈਰ ਕਾਹਦੀ ਮਿਲੀ ਸੀ, ਗੁਲਾਮੀ ਹੀ ਮਿਲੀ ਹੈ। ਕਿਉਂਕਿ ਸ਼ੇਰ ਹਮੇਸ਼ਾ ਹਰ ਕੋਈ ਉਹਨੂੰ ਗੁਲਾਮ ਹੀ ਬਣਾ ਕੇ ਰੱਖਣਾ ਚਾਹੁੰਦਾ ਹੈ। ਜਦੋਂ ਇਹ ਦੇਸ਼ ਆਜ਼ਾਦ ਹੋਇਆ ਅੰਗਰੇਜ਼ਾਂ ਤੋਂ, ਜਿਹਦੇ ਵਿੱਚ ਸਭ ਤੋਂ ਜ਼ਿਆਦਾ ਕੁਰਬਾਨੀ ਸਿੱਖਾਂ ਦੀ ਸੀ, ਉਸ ਵਕਤ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ। ਕਰੀਬਨ ਮੈਨੂੰ ਲੱਗਦਾ ਵੀ 1958 ਦੇ ਵਿੱਚ ਪਹਿਲਾ ਹਮਲਾ ਨਹਿਰੂ ਦੇ ਸਮੇਂ ਹੋਇਆ। ਦਰਬਾਰ ਸਾਹਿਬ ਤੇ ਤੁਸੀਂ ਹਿਸਟਰੀ ਪੜ੍ਹ ਲਿਓ। ਫਿਰ 1984 ਦੇ ਵਿੱਚ ਹਮਲਾ ਹੋਇਆ। ਕਿਉਂਕਿ ਸਾਨੂੰ 84 ਦੇ ਹਮਲੇ ਦਾ ਪਤਾ ਹੈ, ਪਰ ਜਿਹੜਾ ਨਹਿਰੂ ਨੇ ਹਮਲਾ ਕਰਾਇਆ ਸਾਨੂੰ ਉਹ ਨਹੀਂ ਪਤਾ, ਜਿਹੜਾ ਕਰੀਬਨ 58 ਦੇ ਵਿੱਚ ਹੋਇਆ ਸੀਗਾ ਸ੍ਰੀ ਹਰਿਮੰਦਰ ਸਾਹਿਬ ਹਮਲਾ। ਇਹਨੇ ਪੌਂਟਾ ਸਾਹਿਬ ਤੇ ਵੀ ਹਮਲਾ ਕਰਾਇਆ। ਪੌਂਟਾ ਸਾਹਿਬ ਤੋਂ ਬਾਅਦ ਸ੍ਰੀ ਦਮਦਮਾ ਸਾਹਿਬ ਵੀ ਗੋਲੀਆਂ ਚੱਲੀਆਂ, ਉੱਥੇ ਵੀ ਨਹਿਰੂ ਦੇ ਵਕਤ ਹਮਲੇ ਹੋਏ। ਔਰ ਇਹ ਪਰਿਵਾਰ ਹਮੇਸ਼ਾ ਹੀ ਸਿੱਖ ਪੰਥ ਦਾ ਦੁਖੀ ਰਿਹਾ ਹੈ, ਜਿਨ੍ਹਾਂ ਨੇ ਹਮੇਸ਼ਾ ਗੁਰੂ ਘਰ ਦੇ ਨਾਲ ਮੱਥਾ ਲਾਇਆ। ਤੋ ਸਾਧ ਸੰਗਤ ਕਹਿਣ ਤੋਂ ਭਾਵ ਹੈ ਵੀ ਸਮੇਂ-ਸਮੇਂ ਨਾਲ ਜਿਹੜੀਆਂ ਸਰਕਾਰਾਂ ਆਈਆਂ, ਇਹਨਾਂ ਸਰਕਾਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਹਮੇਸ਼ਾ ਟਾਰਗੇਟ ਕੀਤਾ ਹੈ। ਆਜ਼ਾਦੀ ਤੋਂ ਬਾਅਦ ਸ੍ਰੀ ਹਰਿਮੰਦਰ ਸਾਹਿਬ ਦੇ ਉੱਪਰ 2 ਵਾਰੀ ਸਾਰਿਆਂ ਸਾਹਮਣੇ ਹਮਲਾ ਹੋਇਆ। 84 ਵਿੱਚ ਕਿੱਡਾ ਵੱਡਾ ਹਮਲਾ ਹੋਇਆ, 58 ਦੇ ਵਿੱਚ ਬੜਾ ਭਾਰੀ ਹਮਲਾ ਸ੍ਰੀ ਹਰਿਮੰਦਰ ਸਾਹਿਬ ਤੇ ਕੀਤਾ ਗਿਆ। ਅਸੀਂ ਕਿਵੇਂ ਕਹਿ ਸਕਦੇ ਹਾਂ ਵੀ ਸਾਡੇ ਦੇਸ਼ ਦੇ ਵਿੱਚ ਆਜ਼ਾਦੀ ਹੈ? ਫਿਰ ਨਾਲੇ ਜੋ ਤਰਾਸਦੀ ਸਿੱਖਾਂ ਨਾਲ ਹੋਈ, ਆਪਾਂ ਦੰਗੇ ਤਾਂ ਕਹਿ ਦਿੰਦੇ ਆ ਜੀ। ਦੰਗਿਆਂ ਦਾ ਮਤਲਬ ਹੁੰਦਾ ਹੈ ਜਦੋਂ 2 ਧੜੇ ਬਰਾਬਰ ਦੇ ਆਪਸ ਵਿੱਚ ਲੜਦੇ ਨੇ, ਉਹਨੂੰ ਦੰਗੇ ਕਹਿੰਦੇ ਨੇ। ਹਮੇਸ਼ਾ ਇਹਨਾਂ ਗੱਲਾਂ ਨੂੰ ਦੰਗਿਆਂ ਦਾ ਰੂਪ ਦਿੱਤਾ ਗਿਆ, ਪਰ ਉਹ ਸਿੱਖਾਂ ਦੀ ਨਸਲ ਕੁਸ਼ੀ ਸੀ ਜਿਹੜੀ ਦਿੱਲੀ ਦੇ ਵਿੱਚ ਸਾਧ ਸੰਗਤ ਜੀ 1984 ਦੇ ਵਿੱਚ ਕੀਤੀ ਗਈ, ਇੰਦਰਾ ਗਾਂਧੀ ਦੇ ਮਰਨ ਤੋਂ ਬਾਅਦ ਵਿੱਚ। ਔਰ ਨਿਰਦੋਸ਼ ਨਿਹੱਥੇ ਜਿਹੜੇ ਸਿੱਖ ਸਨ, ਗਲਾਂ ਵਿੱਚ ਟਾਇਰ ਪਾ ਕੇ, ਤੇਲ ਪਾ ਕੇ ਸਾੜਿਆ ਗਿਆ, ਬੀਬੀਆਂ ਨੂੰ ਬੇਪਤ ਕੀਤਾ ਗਿਆ। ਆ ਹੁਣ ਥੋੜੇ ਦਿਨ ਪਹਿਲਾਂ ਘਟਨਾ ਵਾਪਰੀ ਦਿੱਲੀ ਦੇ ਵਿੱਚ, ਕਿੱਡਾ ਵੱਡਾ ਕਹਿਰ ਕੀਤਾ, ਪਾਪ ਕੀਤਾ। ਅੱਜ ਤਾਈਂ ਕਿਸੇ ਗੁਰਸਿੱਖ ਨੇ, ਕਿਸੇ ਸਿੱਖ ਨੇ ਕਦੀ ਇਹੋ ਜਿਹਾ ਕਰਮ ਕੀਤਾ? ਸਿੱਖ ਨਾ ਕਿਸੇ ਧਰਮ ਸਥਾਨ ਦੀ ਬੇਅਦਬੀ ਕਰਦਾ, ਸਿੱਖ ਨਾ ਕਿਸੇ ਗ੍ਰੰਥ ਦੀ ਬੇਅਦਬੀ ਕਰਦਾ, ਤੇ ਸਿੱਖ ਨਾ ਕਦੇ ਕਿਸੇ ਬੀਬੀ ਦੀ ਪੱਤ ਨੂੰ ਹੱਥ ਪਾਉਂਦਾ ਹੈ। ਮਹਾਰਾਜ ਕਲਗੀਧਰ ਜੀ ਨੇ ਹੁਕਮ ਕੀਤਾ ਸੀ, ਭਾਈ ਸਿੱਖੋ, ਤੁਹਾਡਾ ਜੀਵਨ ਇੰਨਾ ਉੱਚਾ ਸੁੱਚਾ ਹੋਣਾ ਚਾਹੀਦਾ ਕਿ ਤੁਹਾਡੇ ਜੀਵਨ ਵੱਲ ਵੇਖ ਕੇ ਦੂਜਿਆਂ ਨੂੰ ਸੇਧ ਮਿਲੇ। ਇੰਨਾ ਤੁਹਾਡਾ ਜੀਵਨ ਮਹਾਨ ਹੋਣਾ ਚਾਹੀਦਾ ਹੈ। ਪਰ ਸਾਧ ਸੰਗਤ ਜੀ, ਅੱਜ ਤਾਈਂ ਗੁਰੂ ਕੇ ਸਿੱਖਾਂ ਨੇ ਕਦੇ ਇਹੋ ਜਿਹਾ ਕਰਮ ਨਹੀਂ ਕੀਤਾ। ਪਰ ਦਿੱਲੀ ਵਿੱਚ ਆ 2-3 ਦਿਨ ਪਹਿਲਾਂ ਜਿਹੜੀ ਘਟਨਾ ਵਾਪਰੀ, ਕਿੱਡੀ ਸ਼ਰਮਨਾਕ ਘਟਨਾ ਹੈ। ਤੇ ਅੱਜ ਤਾਈਂ ਸਾਧ ਸੰਗਤ ਜੀ, ਗੁਰਸਿੱਖਾਂ ਨੇ ਹਮੇਸ਼ਾ ਹਰ ਕਿਸੇ ਦਾ ਪੱਖ ਪੂਰਿਆ, ਦੁੱਖ ਦੀ ਘੜੀ ਵਿੱਚ ਜਾ ਕੇ ਖਲੋਤੇ। ਪਰ ਅੱਜ ਕਿੰਨੇ ਕੁ ਲੋਕ ਨੇ ਸਾਡੇ ਪੰਜਾਬ ਦੇ, ਕਿੰਨੇ ਕੁ ਨੇਤਾ ਨੇ ਜਿਨ੍ਹਾਂ ਨੇ ਉੱਠ ਕੇ ਨਿੰਦਿਆ ਕੀਤੀ ਵੀ ਇਹ ਮਾੜਾ ਹੋਇਆ? ਕੋਈ ਬੋਲਿਆ? ਕੋਈ ਨਹੀਂ ਬੋਲਿਆ। ਆਮ ਜਿਹੜੇ ਗੁਰਸਿੱਖ ਵੀਰ ਨੇ ਉੱਥੇ ਜਾ ਰਹੇ ਨੇ, ਜਿਨ੍ਹਾਂ ਹਮਦਰਦੀ ਜਾ ਕੇ ਜਤਾਈ ਹੈ। ਪਰ ਜਿਹੜੇ ਆਪਣੇ ਆਪ ਨੂੰ ਪੰਜਾਬ ਦੇ ਰਖਵਾਲੇ ਕਹਿੰਦੇ, ਹੈ ਕੋਈ ਇਦਾਂ ਦਾ?
ਜਿਹਨੇ ਆਖਿਆ। ਇਸ ਤੋਂ ਪਹਿਲਾਂ ਜਿੰਨੇ ਵੀ ਅੱਜ ਤਾਈਂ ਮਾੜੇ ਕਰਮ ਹੋਏ, ਹਮੇਸ਼ਾ ਗੁਰਸਿੱਖਾਂ ਨੇ ਆਵਾਜ਼ ਉਠਾਈ ਹੈ। ਭਾਵੇਂ ਕਿਸੇ ਮਜ਼ਹਬ ਦੇ ਨਾਲ ਸੰਬੰਧ ਕੋਈ ਬੱਚਾ ਹੋਇਆ ਹੈ, ਕਿਸੇ ਧਰਮ ਦੇ ਨਾਲ ਸੰਬੰਧਿਤ ਕੋਈ ਬੱਚਾ ਹੋਇਆ, ਪਿੱਛੇ ਜੀ ਕਿੰਨਾ ਕੁਝ ਹੋਇਆ ਜੀ, ਕਿੰਨੀਆਂ ਬੱਚੀਆਂ ਬੇਪਤ ਕੀਤੀਆਂ ਗਈਆਂ, ਹਮੇਸ਼ਾ ਅਸੀਂ ਗੁਹਾਰ ਲਾਈ। ਪਰ ਜੋ ਦਿੱਲੀ ਦੇ ਵਿੱਚ ਹੋਇਆ, ਕਿਸੇ ਗੁਹਾਰ ਲਾਈ? ਕੋਈ ਬੋਲਿਆ ਉੱਠ ਕੇ ਵੀ ਮਾੜਾ ਹੋਇਆ? ਤੇ ਸਾਧ ਸੰਗਤ ਜੀ, ਇਹਦਾ ਭਾਵ ਇਹ ਹੈ ਵੀ ਸਮਾਜ ਦੇ ਅੰਦਰ ਲੋਕਾਂ ਦੀ ਸੁਰਤ ਇੰਨੀ ਨੀਚ ਹੋ ਚੁੱਕੀ ਹੈ ਕਿ ਵੇਖਣ ਵਾਲੇ ਤੇ ਕਰਨ ਵਾਲੇ ਦੋਹੇ ਇੱਕੋ ਜਿਹੇ ਬਣ ਚੁੱਕੇ ਨੇ, ਸਭ ਤਮਾਸ਼ਾਬੀਨ ਨੇ। ਇਸ ਵਾਸਤੇ ਗੁਰੂ ਸਾਹਿਬ ਨੇ ਸਾਨੂੰ ਇਹੀ ਉਪਦੇਸ਼ ਤੇ ਉਦੇਸ਼ ਦਿੱਤਾ ਜੇ ਕਿਸੇ ਦਾ ਧਰਮ ਸਥਾਨ ਨਹੀਂ ਢਾਉਣਾ, ਕਿਸੇ ਦੇ ਧਰਮ ਗ੍ਰੰਥ ਦੀ ਬੇਅਦਬੀ ਨਹੀਂ ਕਰਨੀ, ਕਿਸੇ ਵੀ ਧਰਮ ਦੀ ਬੱਚੀ ਹੋਵੇ ਉਹਦੀ ਬੇਪਤੀ ਨਹੀਂ ਕਰਨੀ। ਹਮੇਸ਼ਾ ਆਪਣਾ ਉੱਚਾ ਸੁੱਚਾ ਜਿਹੜਾ ਆਚਰਣ ਤੁਸੀਂ ਬਣਾ ਕਰਕੇ ਰੱਖਣਾ ਹੈ। ਸੰਤ ਜਰਨੈਲ ਸਿੰਘ ਨੇ ਇੱਕ ਬਚਨ ਆਖਿਆ ਸੀਗਾ, ਕਹਿੰਦੇ ਬੱਚੀ ਭਾਵੇਂ ਕਿਸੇ ਹਿੰਦੂ ਦੀ ਹੋਵੇ, ਭਾਵੇਂ ਕਿਸੇ ਸਿੱਖ ਦੀ ਹੋਵੇ, ਭਾਵੇਂ ਕਿਸੇ ਈਸਾਈ ਦੀ, ਮੁਸਲਮਾਨ ਦੀ ਹੋਵੇ, ਜਿਹੜਾ ਵੀ ਬੇਪਤੀ ਕਰਦਾ ਉਹਨੂੰ ਗੱਡੀ ਚੜਾ ਕੇ ਮੇਰੇ ਕੋਲ ਆ ਜਾਓ, ਮੈਂ ਤੁਹਾਡੇ ਨਾਲ ਖੜਾਂਗਾ। ਕਿਉਂਕਿ ਬੱਚੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ। ਪਰ ਗੁਰਮੁਖੋ, ਅੱਜ ਸਮਾਜ ਵਿੱਚ ਮੈਂ ਇਹ ਕਹਿਣਾ, ਪੰਜਾਬ ਤੋਂ ਬਾਹਰ ਦੀ ਗੱਲ ਛੱਡੋ, ਪੰਜਾਬ ਦੇ ਵਿੱਚ ਆਪਣੇ ਆਪ ਨੂੰ ਪੰਜਾਬ ਦੇ ਰਖਵਾਲੇ ਅਖਵਾਉਣ ਵਾਲੇ ਕਿੰਨੇ ਕੁ ਲੋਕ ਜਿਨ੍ਹਾਂ ਆਵਾਜ਼ ਉਠਾਈ ਹੈ, ਕੋਈ ਨਹੀਂ ਬੋਲਿਆ। ਤੋਂ ਕਹਿਣ ਤੋਂ ਭਾਵ ਹੈ ਕਿ ਸ੍ਰੀ ਹਰਿਮੰਦਰ ਸਾਹਿਬ, ਜਿੱਥੋਂ ਮੈਂ ਗੱਲ ਆਰੰਭ ਕੀਤੀ ਸੀ, ਉਹ ਪਾਵਨ ਸਥਾਨ ਹੈ। ਜਿਸ ਹਰਿਮੰਦਰ ਸਾਹਿਬ ਤੇ ਅਬਦਾਲੀ ਵਰਗਿਆਂ ਨੇ ਕਈ ਵਾਰੀ ਹਮਲੇ ਕੀਤੇ, ਮੱਸੇ ਰੰਗੜ ਨੇ ਬੇਅਦਬੀ ਕੀਤੀ ਹੈ, ਸਮੇਂ ਦੀਆਂ ਸਰਕਾਰਾਂ ਸਮੇਂ ਨਾਲ ਹਮਲਾ ਕਰਦੀਆਂ ਰਹੀਆਂ। 58 ਵਿੱਚ ਹਮਲਾ ਹੋਇਆ, 84 ਵਿੱਚ ਹਮਲਾ ਹੋਇਆ, ਪਰ ਇਹ ਉਹ ਅਸਥਾਨ ਹੈ ਜਿਹਦੀ ਰੱਖਿਆ ਗੁਰੂ ਰਾਮਦਾਸ ਮਹਾਰਾਜ ਆਪ ਕਰਦੇ ਨੇ। ਮਾਤਾ ਗੰਗਾ ਜੀ ਆਖਣ ਲੱਗੇ, ਕਹਿੰਦੇ ਹਨ ਕਿ ਸ੍ਰੀ ਹਰਿਮੰਦਰ ਸਾਹਿਬ ਜਿਹੜਾ ਹੈ, ਪੁਰ ਕੇ ਰਖਿਅਕ ਨਿਤ ਗੁਰ ਚੀਨੋ, ਕਰਹੁ ਆਰਾਧਨ ਸ੍ਰੀ ਹਰਿਮੰਦਰ, ਜਾਗਤ ਜੋਤ ਗੁਰੂ ਕੀ ਅੰਦਰ। ਸ੍ਰੀ ਹਰਿਮੰਦਰ ਸਾਹਿਬ ਅੰਦਰ ਗੁਰੂ ਦੀ ਜਾਗਦੀ ਜੋਤ ਵਸਦੀ, ਗੁਰੂ ਰਾਮਦਾਸ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਰਹਿੰਦੇ ਨੇ। ਤੇ ਸਦਾ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੱਬ ਦੀ ਆਰਾਧਨਾ ਕਰੋ ਤੇ ਤੁਹਾਡੇ ਰੱਖਿਅਕ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਆਪ ਹਨ। ਸੁਨ ਬੰਦਨ ਕਰ ਦਰਸ਼ਨ ਦੇਖ। ਇਹ ਗੱਲ ਸੁਣ ਕਰਕੇ ਜਿਤਨੀਆਂ ਵੀ ਬੀਬੀਆਂ ਮਾਤਾ ਗੰਗਾ ਜੀ ਦੇ ਪਾਸ ਆਈਆਂ ਸਨ, ਸਭ ਨੇ ਪ੍ਰੇਮ ਦੇ ਨਾਲ ਨਮਸਕਾਰ ਕੀਤੀ ਤੇ ਮਾਤਾ ਜੀ ਦੇ ਦੀਦਾਰ ਕੀਤੇ ਹਨ। ਗਮਨੀਪੁਰ ਕੀ ਤ੍ਰਿਆ ਅਭਿਸ਼ੇਕ। ਜਿਤਨੀਆਂ ਬੀਬੀਆਂ ਸਨ ਉਹ ਵਾਪਸ ਨਗਰ ਵਿੱਚ ਚਲੀਆਂ ਗਈਆਂ। ਸ਼੍ਰੀ ਅੰਮ੍ਰਿਤਸਰ ਗੰਗ ਇਸ਼ਨਾਨੀ। ਮਾਤਾ ਗੰਗਾ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਆਏ, ਇੱਥੇ ਸਰੋਵਰ ਵਿੱਚ ਇਸ਼ਨਾਨ ਪਾਨ ਕੀਤਾ ਹੈ। ਔਰ ਦਰਸ਼ਨੀ ਬੰਧਨ ਠਾਨੀ। ਉਪਰੰਤ ਦਰਸ਼ਨੀ ਪੌੜ ਤੇ ਜਾ ਕਰਕੇ ਨਮਸਕਾਰ ਕੀਤੀ ਹੈ। ਸ੍ਰੀ ਜਾਏ ਦਰਬਾਰ ਅਗਾਰੀ। ਤੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਦੇ ਅੱਗੇ ਜਾ ਕੇ ਮਾਤਾ ਜੀ ਖਲੋ ਗਏ। ਦੌਨ ਸਨੂਖਾ ਕੇਰ ਮਜਾਰੀ। ਉਹਨਾਂ ਦੇ ਨਾਲ ਸਾਧ ਸੰਗਤ ਜੀ ਨੂੰਹਾਂ ਲੈ ਲਈਆਂ। ਸੱਜੇ ਪਾਸੇ ਮਾਤਾ ਦਮੋਦਰੀ ਜੀ ਤੇ ਖੱਬੇ ਪਾਸੇ ਮਾਤਾ ਨਾਨਕੀ ਜੀ ਹਨ। ਬਿਨਤੀ ਭਨੀ ਜੋਤ ਗੁਰ ਜ਼ਾਹਰ। ਜਿੱਥੇ ਸਤਿਗੁਰਾਂ ਦੀ ਪ੍ਰਤੱਖ ਜੋਤ ਵਰਤਦੀ ਹੈ, ਸਨਮੁਖ ਖਲੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਤਾ ਗੰਗਾ ਜੀ ਨੇ ਅਰਦਾਸ ਕੀਤੀ ਹੈ। ਕੁਸ਼ਲ ਕਰੋ ਸਭ ਘਰ ਅਰ ਬਾਹਰ। ਸਤਿਗੁਰੂ ਕਿਰਪਾ ਕਰਨਾ ਘਰ ਦੇ ਵਿੱਚ ਤੇ ਘਰ ਤੋਂ ਬਾਹਰ ਆਪ ਜੀ ਨੇ ਸੁਖ ਵਰਤਾਉਣੇ। ਹਾਥ ਜੋੜ ਅਰਦਾਸ ਕਰਾਏ। ਮਹਾਰਾਜ ਸਾਨੂੰ ਤੁਹਾਡਾ ਹੀ ਭਰੋਸਾ ਹੈ, ਘਰ ਬਾਹਰ ਤੇਰਾ ਪਰਵਾਸਾ, ਤੂੰ ਜਨ ਕੈ ਹੈ ਸੰਗ। ਇਸ ਤਰ੍ਹਾਂ ਅਰਦਾਸ ਬੇਨਤੀ ਮਾਤਾ ਜੀ ਨੇ ਕਰਵਾਈ ਹੈ। ਕਈ ਪ੍ਰਦਰਸ਼ਨ ਸੀਸ ਨਿਵਾਏ। ਦਰਬਾਰ ਦੀ ਪਰਿਕਰਮਾ ਕਰਕੇ ਸੀਸ ਨਵਾਇਆ ਹੈ। ਨਿਕਸ ਵਹਿਰ ਫਿਰ ਤਾਲ ਚੁਫੇਰੇ। ਇਸ ਤਰ੍ਹਾਂ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਤੋਂ ਬਾਹਰ ਨਿਕਲ ਕੇ ਫਿਰ ਸਰੋਵਰ ਦੀ ਚੁਫੇਰੇ ਪਰਿਕਰਮਾ ਕੀਤੀ ਹੈ। ਪੁਨ ਪੁਨ ਬੰਦ ਤਿਮ ਮੰਦ ਮੰਦਰ ਹੇਰੇ। ਮਾਤਾ ਜੀ ਜਿਉਂ-ਜਿਉਂ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਤਿਉਂ-ਤਿਉਂ ਮੱਥਾ ਟੇਕਦੇ ਨੇ। 4 ਦਰਵਾਜ਼ੇ ਨੇ ਨਾ, ਜਿਉਂ-ਜਿਉਂ ਜਾਂਦੇ ਨੇ ਸਾਹਮਣੇ ਦੀਦਾਰ ਦਰਸ਼ਨ ਹੁੰਦੇ ਨੇ ਅੰਦਰਲੇ ਪਾਸੇ,
ਤੇ ਪ੍ਰਕਰਮਾਂ ਵਿੱਚੋਂ ਹੀ ਵੇਖ ਵੇਖ ਕੇ ਨਮਸਕਾਰਾਂ ਕਰਦੇ ਹਨ। ਰਥ ਅਰੂੜ ਗੰਗਾ ਤਿਸ ਬੇਰੇ ਉਪਰੰਤ ਮਾਤਾ ਗੰਗਾ ਜੀ ਆਪਣੇ ਰਥ ਤੇ ਸਵਾਰ ਹੋਏ ਹਨ। ਸੂਤ ਤੋ ਰੰਗਮ ਮਾਰਗ ਪ੍ਰੇਰੇ ਜਿਹੜਾ ਰਥਵਾਈ ਸੀਗਾ ਉਹਨੇ ਆਪਣਾ ਰਥ ਜਿਹੜਾ ਉਹ ਪ੍ਰੇਰਿਆ ਹੈ। ਕੌਣ ਸਨੂਖਾ ਚੜ ਕਰ ਡੇਰਾ ਮਾਤਾ ਦਮੋਦਰੀ ਜੀ ਔਰ ਮਾਤਾ ਨਾਨਕੀ ਜੀ ਰਥ ਦੇ ਉੱਪਰ ਸਵਾਰ ਹੋਏ ਹਨ। ਗਮਨ ਕੀਨ ਦੱਖਣ ਦਿਸ਼ ਔਰੇ ਤੇ ਦੱਖਣ ਦੀ ਦਿਸ਼ਾ ਵੱਲ ਉਹਨਾਂ ਨੇ ਚਾਲਾ ਪਾ ਦਿੱਤਾ ਜਿੱਧਰ ਡਰੋਲੀ ਨਗਰ ਵਸਦਾ ਹੈ। ਦਾਸੀ ਬਹਿਲਨ ਮੈਂ ਚੜ ਚਾਲੀ ਜਿੰਨੀਆਂ ਵੀ ਦਾਸੀਆਂ ਨੇ ਉਹ ਬਹਿਲਾਂ ਦੇ ਉੱਪਰ ਸਵਾਰ ਹੋ ਕਰਕੇ ਚੱਲ ਪਈਆਂ। ਭਾਰ ਉਸ਼ਟ ਪਰ ਗਮਨੇ ਨਾਲ ਬਹੁਤ ਸਾਰੇ ਊਂਠ ਨੇ ਜਿਨ੍ਹਾਂ ਉੱਪਰ ਸਾਜੋ ਸਮਾਨ ਆਦਿਕ ਲੱਦਿਆ ਹੋਇਆ ਹੈ। ਭਟ ਤੋ ਰੰਗ ਅਰੂੜਤ ਹੋਏ ਜਿਹੜੇ 25 ਸੂਰਮੇ ਮਹਾਰਾਜ ਨੇ ਭੇਜੇ ਸਨ ਉਹ ਵੀ ਤਿਆਰ ਬਰ ਤਿਆਰ ਹੋ ਕੇ ਘੋੜਿਆਂ ਤੇ ਸਵਾਰ ਹੋ ਗਏ ਹਨ। ਨਿਤ ਸਾਵਧਾਨੀ ਸ਼ਸਤਰੀ ਜੋਏ ਸ਼ਸਤਰ ਧਾਰੀਏ ਯੋਧੇ ਜਿਹੜੇ ਸਾਵਧਾਨੀ ਲਈ ਤਿਆਰ ਬਰ ਤਿਆਰ ਹੋ ਕੇ ਨਾਲ ਜਾਂਦੇ ਹਨ। ਸਿੱਖ ਸੇਵਕ ਗਨ ਚਾਲੇ ਸੰਗ ਬਹੁਤ ਸਾਰੇ ਸਿੱਖ ਸੇਵਕ ਵੀ ਮਾਤਾ ਜੀ ਦੇ ਨਾਲ ਚੱਲ ਪਏ। ਹਿਤ ਸੇਵਾ ਕੇ ਹਰਖਤ ਅੰਗ ਜਿਨ੍ਹਾਂ ਦਾ ਮਨ ਸੇਵਾ ਕਰਨ ਲਈ ਹਮੇਸ਼ਾ ਹੀ ਪ੍ਰਸੰਨ ਰਹਿੰਦਾ ਹੈ ਉਹ ਗੁਰਸਿੱਖ ਮਾਤਾ ਜੀ ਦੇ ਪਰਿਵਾਰ ਦੇ ਨਾਲ ਗਏ ਹਨ। ਸਨੇ ਸਨੇ ਮਗ ਉਲੰਘੇ ਸਾਰਾ ਇਸ ਤਰ੍ਹਾਂ ਚਲਦਿਆਂ ਚਲਦਿਆਂ ਹੌਲੀ ਹੌਲੀ ਸਾਰਾ ਮਾਰਗ ਲੰਘ ਗਏ ਹਨ। ਤੀਰਥ ਤਾਰਨ ਤਰਨ ਨਿਹਾਰਾ ਜਾਂਦੇ ਜਾਂਦੇ ਰਸਤੇ ਵਿੱਚ ਸ੍ਰੀ ਤਰਨਤਾਰਨ ਸਾਹਿਬ ਦਾ ਤੀਰਥ ਆ ਗਿਆ। ਇਸ ਸਥਾਨ ਦੇ ਮਾਤਾ ਜੀ ਨੇ ਦਰਸ਼ਨ ਕੀਤੇ ਹਨ। ਪ੍ਰਥਮ ਬਾਸ ਕਰ ਨਿਸ ਬਿਸਰਾਮੇ ਦਰਬਾਰ ਸਾਹਿਬ ਤੋਂ ਚੱਲ ਕੇ ਪਹਿਲਾ ਜਿਹੜਾ ਪੜਾਅ ਹੈ ਮਾਤਾ ਜੀ ਨੇ ਤਰਨਤਾਰਨ ਸਾਹਿਬ ਕੀਤਾ। ਇੱਥੇ ਇੱਕ ਰਾਤ ਰਹਿ ਕੇ ਅਗਲੇ ਦਿਨ ਚੱਲ ਪਏ ਹਨ। ਉਠੇ ਪ੍ਰਾਤ ਸਿਮਰਤ ਗੁਰ ਨਾਮੇ ਅੰਮ੍ਰਿਤ ਵੇਲੇ ਉੱਠੇ ਮਾਤਾ ਜੀ ਸਤਿਗੁਰੂ ਅਕਾਲ ਪੁਰਖ ਦਾ ਸਿਮਰਨ ਕੀਤਾ ਬਾਣੀ ਪੜ੍ਹੀ ਹੈ। ਕੀਨ ਇਸ਼ਨਾਨ ਪ੍ਰਦਛਨ ਦੇ ਕੇ ਸਰੋਵਰ ਵਿੱਚ ਜਾ ਕਰਕੇ ਇਸ਼ਨਾਨ ਕੀਤਾ ਤੇ ਫਿਰ ਪਰਿਕਰਮਾ ਕੀਤੀ ਹੈ। ਹਾਥ ਜੋੜ ਅਬ ਬੰਧਨ ਕਹਿ ਕੇ ਦੋਨੇ ਹੱਥ ਜੋੜ ਕੇ ਗੁਰੂ ਪੰਜਵੇਂ ਪਾਤਸ਼ਾਹ ਜੀ ਦੇ ਪਾਵਨ ਸਥਾਨ ਨੂੰ ਨਮਸਕਾਰਾਂ ਕੀਤੀਆਂ ਹਨ। ਗਮਨੇ ਮਾਰਗ ਗਏ ਅਗਾਰੀ ਤਰਨਤਾਰਨ ਸਾਹਿਬ ਤੋਂ ਅੱਗੇ ਮਾਤਾ ਜੀ ਚੱਲ ਪਏ ਹਨ। ਸਨੈ ਸਨੈ ਚਲ ਇਸੀ ਪ੍ਰਕਾਰੀ ਇਸ ਤਰ੍ਹਾਂ ਚਲਦੇ ਚਲਦੇ ਮਾਤਾ ਗੰਗਾ ਜੀ ਕਿਤਕ ਦਿਵਸ ਮੈਂ ਪਹੁੰਚੇ ਜਾਈ ਕੁਝ ਕੁ ਦਿਨਾਂ ਵਿੱਚ ਡਰੋਲੀ ਨਗਰ ਜਾ ਪਹੁੰਚੇ ਹਨ। ਪਠਿਓ ਸੌਰ ਏਕ ਅਗਵਾਈ ਇੱਕ ਸੂਰਮਾ ਇੱਕ ਘੋੜਸਵਾਰ ਮਾਤਾ ਜੀ ਨੇ ਅੱਗੇ ਸੁਨੇਹਾ ਦੇਣ ਵਾਸਤੇ ਭੇਜ ਦਿੱਤਾ ਹੈ। ਮਿਲਿਓ ਜਾਏ ਕਰ ਸਾਈਂ ਦਾਸ ਜੋ ਜਾ ਕੇ ਭਾਈ ਸਾਈਂ ਦਾਸ ਜੀ ਨੂੰ ਮਿਲਿਆ ਹੈ। ਇਨੋ ਸਕਲ ਪ੍ਰਸੰਗ ਪ੍ਰਕਾਸ਼ ਉਸ ਅਸਵਾਰ ਨੇ ਜਾ ਕੇ ਸਾਰਾ ਪ੍ਰਸੰਗ ਭਾਈ ਸਾਈਂ ਦਾਸ ਜੀ ਨੂੰ ਸੁਣਾਇਆ ਹੈ। ਜਨ ਤਰਵਰ ਕੁਮਲਾਵਤ ਜਾਤਾ ਭਾਈ ਸੰਤੋਖ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਜਾਣ ਲਓ ਕਿ ਜਿਸ ਪ੍ਰਕਾਰ ਕੋਈ ਦਰਖਤ ਪਾਣੀ ਤੋਂ ਬਿਨਾਂ ਕੁਮਲਾਂਦਾ ਜਾਂਦਾ ਸੀ। ਮਿਲਿਓ ਨੀਰ ਭਾ ਹਰੋ ਸਪਾਤੋ ਅਚਾਨਕ ਹੀ ਮੀਂਹ ਪੈ ਗਿਆ ਤੇ ਉਹਨੂੰ ਪਾਣੀ ਮਿਲ ਗਿਆ ਤੇ ਉਹ ਹਰਾ ਭਰਾ ਹੋ ਗਿਆ। ਇਸ ਤਰ੍ਹਾਂ ਦੀ ਦਸ਼ਾ ਭਾਈ ਸਾਈਂ ਦਾਸ ਜੀ ਦੀ ਸੀ। ਇਤਿਹਾਸਕਾਰਾਂ ਨੇ ਵੀ ਬਚਨ ਲਿਖਿਆ ਕਿ ਜਿਹੜਾ ਨਗਰ ਡਰੋਲੀ ਨਗਰ ਦਾ ਜਿਹੜਾ ਰਾਹ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਜਾਂਦਾ ਸੀ ਨਾ ਭਾਈ ਸਾਹਿਬ ਜੀ ਰੋਜ਼ ਉੱਥੇ ਆ ਕੇ ਖਲੋ ਜਾਂਦੇ ਸਨ। ਉੱਥੇ ਵੇਖਦੇ ਸਨ ਵੀ ਕਿਤੇ ਗੁਰੂ ਸਾਹਿਬ ਜੀ ਆਉਂਦੇ ਤਾਂ ਨਹੀਂ। ਧਿਆਨ ਉਧਰ ਹੀ ਉਹਨਾਂ ਦਾ ਲੱਗਿਆ ਰਹਿੰਦਾ ਸੀ। ਜਿਵੇਂ ਬਾਣੀ ਵਿੱਚ ਕਬੀਰ ਸਾਹਿਬ ਕਹਿੰਦੇ ਨਾ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲਿਓ ਸਾਸਾ ਉਰ ਨਾ ਭੀਜੈ ਪਗ ਨਾ ਖਿਸੈ ਹਰ ਦਰਸ਼ਨ ਕੀ ਆਸਾ ਉੱਡੋ ਨਾ ਕਾਗਾ ਕਾਰੇ ਬੇਗ ਮਿਲੀ ਜੈ ਆਪਣੇ RAM ਪਿਆਰੇ। ਇਦਾਂ ਦੀ ਅਵਸਥਾ ਬਣ ਗਈ ਸੀ ਭਾਈ ਸਾਹਿਬ ਦੀ। ਤੇ ਸਾਧ ਸੰਗਤ ਜੀ ਜਦੋਂ ਇਹ ਖਬਰ ਸੁਣੀ ਕਿ ਮਾਤਾ ਜੀ ਆਏ ਹਨ ਜਨ ਗ੍ਰੀਖਮ ਮੈਂ ਸਰ ਜਲ ਥੋਰਾ ਕਹਿੰਦੇ ਮੰਨ ਲਓ ਕਿ ਜਿਵੇਂ ਗਰਮੀ ਰੁੱਤ ਦੇ ਵਿੱਚ ਕਿਸੇ ਤਾਲ ਵਿੱਚ ਸਰੋਵਰ ਵਿੱਚ ਥੋੜਾ ਪਾਣੀ ਹੁੰਦਾ ਹੈ ਤਰਫਤ ਝੱਖ ਬਰਖਿਓ ਘਨ ਕੋਰਾ ਜਿਉਂ-ਜਿਉਂ ਪਾਣੀ ਘਟਦਾ ਹੈ ਤੇ ਉਹਦੇ ਵਿੱਚ ਜਿਹੜੇ ਮੱਛ ਹੁੰਦੇ ਨੇ ਨਾ ਮੱਛੀਆਂ ਆਦਿਕ ਉਹ ਪਾਣੀ ਤੋਂ ਬਿਨਾਂ ਤੜਫਣ ਲੱਗ ਪੈਂਦੇ ਨੇ। ਅਚਾਨਕ ਜਦੋਂ ਮੀਂਹ ਪੈਂਦਾ ਤੇ ਫਿਰ ਸਰੋਵਰ ਪਾਣੀ ਨਾਲ ਭਰ ਜਾਂਦਾ ਤੇ ਉਹ ਖੁਸ਼ ਹੋ ਜਾਂਦੇ ਨੇ।
ਇਸੇ ਤਰ੍ਹਾਂ ਭਾਈ ਸਾਈਂ ਦਾਸ ਜੀ ਜਾਣੋ ਕਿ ਉਹ ਵੀ ਖੁਸ਼ ਪ੍ਰਸੰਨ ਹੋ ਗਏ ਹਨ। ਔਚਕ ਸੁਨ ਆਨੰਦ ਬਿਲੰਦਾ। ਜਦੋਂ ਅਚਾਨਕ ਉਹਨਾਂ ਨੇ ਖਬਰ ਸੁਣੀ ਕਿ ਮਾਤਾ ਜੀ ਆਏ, ਹਿਰਦੇ ਵਿੱਚ ਬੜਾ ਹੀ ਆਨੰਦ ਪੈਦਾ ਹੋਇਆ ਹੈ। ਏਕ ਗਰਜ ਤੇ ਮੋਰ ਮਨਿੰਦਾ। ਜਿਵੇਂ ਕਹਿੰਦੇ ਬੱਦਲਾਂ ਦੀ ਗਰਜ ਤੋਂ ਮੋਰ ਖੁਸ਼ ਹੋ ਜਾਂਦਾ ਹੈ, ਇਸੇ ਤਰ੍ਹਾਂ ਭਾਈ ਸਾਈਂ ਦਾਸ ਖੁਸ਼ ਹੋ ਗਏ। ਜਾਏ ਭਾਰ ਜਾ ਨਿਕਟ ਸੁਨਾਈ। ਘਰ ਦੇ ਵਿੱਚ ਜਾ ਕੇ ਮਾਤਾ ਰਾਮੋ ਜੀ ਉਹਨਾਂ ਨੂੰ ਖਬਰ ਸੁਣਾਈ ਹੈ। ਗੁਰ ਜਨਨੀ ਗੰਗਾ ਚਲ ਆਈ। ਆਖਣ ਲੱਗੇ ਭਾਗਵਾਨੇ ਮਾਤਾ ਜੀ ਜੋ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਤਿਕਾਰਯੋਗ ਮਾਤਾ ਨੇ ਚੱਲ ਕੇ ਸਾਡੀ ਨਗਰੀ ਵਿੱਚ ਪਹੁੰਚੇ ਹਨ। ਸੰਗ ਨੁਖਾ ਜਗ ਮਿਲ ਬੇਹੇਤਾ। ਤੇ ਨਾਲ ਉਹਨਾਂ ਦੀਆਂ ਦੋ ਨੂੰਹਾਂ ਵੀ ਨੇ, ਮਾਤਾ ਨਾਨਕੀ ਜੀ, ਮਾਤਾ ਦਮੋਦਰੀ ਜੀ, ਉਹ ਵੀ ਚੱਲ ਕੇ ਆਏ ਹਨ। ਕਿਰਪਾ ਕਰੀ ਹਮ ਅਏ ਨਕੇਤਾ। ਸਤਿਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਤਾਂ ਕਿ ਮਾਤਾ ਜੀ ਸਾਡੇ ਗ੍ਰਹਿ ਵਿਖੇ ਸਾਡੇ ਘਰ ਦੇ ਵਿੱਚ ਆਏ ਹਨ। ਮੁਦਤ ਲਗੀ ਬੂਜਨ ਪਤ ਪਾਹੀ। ਸਾਧ ਸੰਗਤ ਜੀ ਕਹਿੰਦੇ ਇਹ ਗੱਲ ਸੁਣ ਕੇ ਨਾ ਬੀਬੀ ਰਾਮੋ ਜੀ ਪੁੱਛਣ ਲੱਗੇ, ਸਤਿਗੁਰ ਨਾਥ ਸਾਥ ਕਹਿ ਨਾਹੀ। ਆਖਦੇ ਨੇ ਕਿ ਸਤਿਗੁਰ ਜੀ ਆਏ ਨੇ ਕਿ ਨਹੀਂ, ਕਿ ਕੱਲੇ ਮਾਤਾ ਗੰਗਾ ਜੀ ਆਏ ਹਨ। ਸਨਹੁ ਪ੍ਰਿਆ ਗੁਰ ਪੁਰਵਹਿ ਆਸ। ਇਹ ਗੱਲ ਸੁਣ ਕੇ ਭਾਈ ਸਾਈਂ ਦਾਸ ਆਖਣ ਲੱਗੇ ਕਿ ਸਤਿਗੁਰੂ ਜ਼ਰੂਰ ਕਿਰਪਾ ਕਰਨਗੇ, ਸਾਡੇ ਅੰਦਰ ਦੀ ਇੱਛਾ ਪੂਰਨ ਕਰਨਗੇ। ਕਿਉਂ ਨਾ ਆਏ ਦੇ ਦਰਸ਼ਨ ਪਾਸ। ਸਤਿਗੁਰੂ ਮਹਾਰਾਜ ਜੀ ਕਿਉਂ ਨਹੀਂ ਆਉਣਗੇ? ਜਦੋਂ ਸਾਡੇ ਅੰਦਰ ਦੀ ਭਾਵਨਾ, ਸਾਡੇ ਅੰਦਰ ਦਾ ਪ੍ਰੇਮ ਜਾਣਦੇ ਤੇ ਜ਼ਰੂਰ ਆ ਕੇ ਸਾਨੂੰ ਦਰਸ਼ਨ ਦੇਣਗੇ। ਨਾਨਕ ਮਤੈ ਆਪ ਅਬ ਗਏ। ਹੁਣ ਕਿਸੇ ਕਾਰਨ ਕਰਕੇ ਮਹਾਰਾਜ ਜੀ ਨਾਨਕ ਮਤੇ ਚਲੇ ਗਏ ਹਨ। ਹਮ ਸਮ ਉਨੈ ਆਵਾਹਨ ਕੀਏ। ਜਿਵੇਂ ਅਸੀਂ ਮਹਾਰਾਜ ਜੀ ਨੂੰ ਬੇਨਤੀਆਂ ਕਰਕੇ ਇੱਥੇ ਬੁਲਾ ਰਹੇ ਸਨ, ਏਦਾਂ ਉੱਥੇ ਭਾਈ ਅਲਮਸਤ ਜੀ ਰਹਿੰਦੇ ਨੇ ਜਿਨ੍ਹਾਂ ਬੇਨਤੀਆਂ ਕਰਕੇ ਮਹਾਰਾਜ ਨੂੰ ਉੱਥੇ ਬੁਲਾਇਆ ਹੈ। ਅਸੀਂ ਪ੍ਰੇਮ ਕੇ ਟਿਕਿਓ ਨਾ ਜਾਏ। ਸਤਿਗੁਰੂ ਪ੍ਰੇਮ ਦੇ ਵਸ ਨੇ ਤੇ ਜਿਸ ਕਰਕੇ ਗੁਰੂ ਸਾਹਿਬ ਕੋਲੋਂ ਟਿਕਿਆ ਨਹੀਂ ਗਿਆ, ਰਹਿਆ ਨਹੀਂ ਗਿਆ। ਚਿਤ ਰਛਿਆ ਕੇ ਗਏ ਸਹਸਾਏ। ਸਤਿਗੁਰੂ ਬੜੀ ਛੇਤੀ ਨਾਲ ਭਾਈ ਅਲਮਸਤ ਦੀ ਰੱਖਿਆ ਕਰਨ ਵਾਸਤੇ ਨਾਨਕ ਮਤੇ ਚਲੇ ਗਏ ਹਨ। ਫਟੈ ਤਹਾਂ ਤੇ ਕਰੁਣਾ ਧਰ ਹੈ। ਕਿਉਂਕਿ ਉਧਰ ਜਾਣਾ ਜ਼ਰੂਰੀ ਸੀਗਾ। ਉਧਰ ਦਾ ਕਾਰਜ ਕਰਕੇ ਜਦੋਂ ਵਾਪਸ ਆਉਣਗੇ ਫਿਰ ਸਾਡੇ ਤੇ ਵੀ ਰਹਿਮਤਾਂ ਕਰਨਗੇ। ਹਮੇ ਨਿਹਾਲ ਦਰਸ ਦੇ ਕਰ ਹੈ। ਸਾਨੂੰ ਇੱਥੇ ਆ ਕੇ ਸਤਿਗੁਰੂ ਦਦਾਰ ਬਖਸ਼ ਕੇ ਨਿਹਾਲ ਕਰ ਦੇਣਗੇ। ਪ੍ਰਣ ਮੇਰੋ ਪੂਰਿਓ ਲਖ ਦੀਨ। ਮੈਨੂੰ ਦੀਨ ਜਾਣ ਕੇ ਮੇਰੇ ਸਤਿਗੁਰਾਂ ਨੇ ਅੰਦਰ ਦਾ ਪ੍ਰਣ ਪੂਰਾ ਕਰ ਦਿੱਤਾ ਹੈ। ਅੰਤਰ ਜਾਮੀ ਗੁਰੂ ਪ੍ਰਬੀਨ। ਸਤਿਗੁਰੂ ਮਹਾਰਾਜ ਅੰਤਰਜਾਮੀ ਹਿਰਦੇ ਦੀ ਜਾਣਨ ਵਾਲੇ ਹਨ। ਅਬ ਤੂੰ ਉਠੋ ਉਤਾਇਲ ਠਾਨ। ਭਾਈ ਸਾਈਂ ਦਾਸ ਜੀ ਆਖਣ ਲੱਗੇ ਬੀਬੀ ਰਾਮੋ ਨੂੰ, ਤੂੰ ਹੁਣ ਛੇਤੀ ਉੱਠ ਤੇ ਦੇਰੀ ਨਾ ਕਰ। ਆਗੇ ਚਲੋ ਕਰਨ ਸਨਮਾਨ। ਘਰ ਤੋਂ ਬਾਹਰ ਚਲੀਏ, ਚੱਲ ਕੇ ਮਾਤਾ ਜੀ ਦਾ ਅਦਬ ਸਨਮਾਨ ਕਰੀਏ। ਮਸਤਕ ਟੇਕ ਸਫਲ ਹਮ ਹੋਵੇ। ਮਾਤਾ ਜੀ ਦੇ ਦਰਸ਼ਨ ਕਰਕੇ, ਉਹਨਾਂ ਨੂੰ ਨਮਸਕਾਰਾਂ ਕਰਕੇ ਅਸੀਂ ਸਫਲ ਹੋ ਜਾਵਾਂਗੇ। ਅਨਕ ਜਨਮ ਕੇ ਪਾਤਕ ਖੋਵੇ। ਤੇ ਅਨੇਕਾਂ ਜਨਮਾਂ ਦੇ ਸਾਡੇ ਕੀਤੇ ਹੋਏ ਪਾਪ ਉਦੋਂ ਨਸ਼ਟ ਹੋ ਜਾਣਗੇ ਜਦੋਂ ਅਸੀਂ ਦਰਸ਼ਨ ਕਰਾਂਗੇ। ਤਤ ਛਿਨ ਪੁਰਿਓ ਥਾਰ ਪ੍ਰਸਾਦ। ਉਸੇ ਵਕਤ ਹੀ ਸਾਧ ਸੰਗਤ ਜੀ ਇੱਕ ਪ੍ਰਸ਼ਾਦ ਦਾ ਜਿਹੜਾ ਥਾਲ ਹੈ ਉਹ ਪੂਰ ਲਿਆ, ਭਰ ਲਿਆ ਹੈ। ਦੰਪਤ ਚਲੇ ਧਰੇ ਅਹਲਾਦ। ਹਿਰਦੇ ਵਿੱਚ ਪ੍ਰਸੰਨਤਾ ਧਾਰਨ ਕਰਕੇ ਜੋੜਾ ਚੱਲ ਪਿਆ ਹੈ। ਨਗਨ ਚਰਨ ਹਵੈ ਗਏ ਅਗਾਰੀ। ਪੈਰਾਂ ਵਿੱਚੋਂ ਜੋੜਾ ਲਾ ਦਿੱਤਾ, ਨੰਗੇ ਪੈਰ ਭਾਈ ਸਾਈਂ ਦਾਸ ਤੇ ਬੀਬੀ ਰਾਮੋ ਜੀ ਚੱਲ ਪਏ। ਮਿਲੇ ਮਾਤ ਕੋ ਬੰਧਨ ਧਾਰੀ। ਚੱਲ ਕੇ ਮਾਤਾ ਗੰਗਾ ਜੀ ਨੂੰ ਮਿਲੇ, ਨਮਸਕਾਰ ਕੀਤੀ ਹੈ। ਦੋਨੋਂ ਨੇ ਪਗ ਪਰ ਸਿਰ ਰਾਖਾ। ਦੋਨਾਂ ਜਣਿਆਂ ਨੇ ਮਾਤਾ ਜੀ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਹੈ। ਗੰਗਾ ਬਿਖ ਆਸ਼ਿਕ ਮੁਖ ਭਾਖਾ। ਦੋਹਾਂ ਨੂੰ ਵੇਖ ਕੇ ਮਾਤਾ ਗੰਗਾ ਜੀ ਨੇ ਅਸੀਸ ਦਿੱਤੀ ਹੈ। ਦੂਜੀ ਕੁਸ਼ਲ ਹੈ ਸਭ ਥਾਰੇ। ਮਾਤਾ ਜੀ ਪੁੱਛਣ ਲੱਗੇ, ਭਾਈ ਘਰ ਵਿੱਚ ਸੁਖ ਸ਼ਾਂਤ ਹੈ? ਕਿਰਪਾ ਆਪ ਕੀਰਤਨ ਹੋ ਉਚਾਰੇ। ਤੇ ਦੋਹਾਂ ਨੇ ਆਖਿਆ, ਮਾਤਾ ਜੀ ਤੁਹਾਡੀ ਕਿਰਪਾ, ਤੁਹਾਡੀ ਰਹਿਮਤ ਨਾਲ ਸੁਖਾਂ ਸਹਿਤ ਵਸਦੇ ਹਾਂ। ਕਰ ਦਰਸ਼ਨ ਵਧ ਗਇਓ ਆਨੰਦ। ਇਸ ਤਰ੍ਹਾਂ ਦਰਸ਼ਨ ਕਰਕੇ ਮਨ ਦਾ ਆਨੰਦ ਵੱਧ ਗਿਆ ਹੈ। ਲਿਖਿਓ ਚਕੋਰਨ ਪੂਰਨ ਚੰਦ। ਜਿਵੇਂ ਚਕੋਰ ਪੂਰਨਮਾਸ਼ੀ ਦਾ ਚੰਦਰਮਾ ਵੇਖਦਾ, ਉਹਦਾ ਮਨ ਖੁਸ਼ੀ ਨਾਲ ਆਨੰਦ ਨਾਲ ਭਰ ਜਾਂਦਾ ਹੈ। ਉਨ ਰਾਮੋ ਨਿਜ ਭਗਨੀ ਸੰਗ। ਉਸ ਤੋਂ ਬਾਅਦ ਬੀਬੀ ਰਾਮੋ ਜੀ ਆਪਣੀ ਭੈਣ ਮਾਤਾ ਦਮੋਦਰੀ ਜੀ ਨੂੰ ਮਿਲੇ ਹਨ। ਮਿਲੀ ਗਰੇ ਸੇ ਹਰਖਤ ਅੰਗ। ਹਿਰਦੇ ਵਿੱਚ ਬੜੀ
ਬੜੀ ਪ੍ਰਸੰਨਤਾ ਖੁਸ਼ੀ ਧਾਰਨ ਕਰਕੇ ਗਲ ਵਿੱਚ ਮਿਲੇ ਹਨ। ਜਬ ਬੰਧਨ ਪਾਇਨ ਪਰ ਕੀਨ, ਜਦੋਂ ਬੜੇ ਪ੍ਰੇਮ ਦੇ ਨਾਲ ਸਾਧ ਸੰਗਤ ਜੀ ਬੀਬੀ ਰਾਮੋ ਜੀ ਨੇ ਨਮਸਕਾਰ ਕੀਤੀ ਹੈ, ਤਬ ਦਮੋਦਰੀ ਬਰਜਤ ਚੀਨ, ਤੇ ਉਦੋਂ ਫਿਰ ਮਾਤਾ ਦਮੋਦਰੀ ਜੀ ਨੇ ਆਪਣੀ ਵੱਡੀ ਭੈਣ ਨੂੰ ਰੋਕਿਆ ਹੈ। ਮੋਤੇ ਬੜੀ ਆਰ ਬਲ ਤੇਰੀ, ਮਾਤਾ ਜੀ ਆਖਣ ਲੱਗੇ, ਭੈਣ ਜੀ ਮੇਰੇ ਨਾਲੋਂ ਤੁਹਾਡੀ ਉਮਰ ਜ਼ਿਆਦੀ ਹੈ, ਉਚਤ ਨਾ ਨਮੋ ਕਰਨ ਕੋ ਮੇਰੀ। ਇਸ ਵਾਸਤੇ ਤੁਹਾਡੇ ਲਈ ਉਚਿਤ ਨਹੀਂ ਵੀ ਤੁਸੀਂ ਮੈਨੂੰ ਮੱਥਾ ਟੇਕੋ, ਮੈਂ ਤਾਂ ਉਮਰ ਕਰਕੇ ਤੁਹਾਡੇ ਨਾਲੋਂ ਛੋਟੀ ਹਾਂ। ਕਹਿ ਰਾਮੋ ਤੂੰ ਇਹ ਵੱਡ ਭਾਗਨ, ਇਹ ਸੁਣ ਕੇ ਬੀਬੀ ਰਾਮੋ ਜੀ ਆਖਣ ਲੱਗੇ, ਮਾਤਾ ਦਮੋਦਰੀ ਜੀ ਨੂੰ, ਤੁਸੀਂ ਵੱਡੇ ਭਾਗਾਂ ਵਾਲੇ ਹੋ। ਜਗ ਬੰਧਨ ਕੀ ਪ੍ਰਿਆ ਸੁਹਾਗਨ, ਜਿਹੜੇ ਸਤਿਗੁਰੂ ਸਾਰੇ ਜਗਤ ਦੇ ਨਮਸਕਾਰ ਕਰਨ ਯੋਗ ਪੂਜਣ ਯੋਗ ਨੇ ਨਾ, ਤੁਸੀਂ ਉਸ ਸਤਿਗੁਰ ਜੀ ਦੇ ਮਹਿਲ ਹੋ। ਉਤਲ ਕਹਾਂ ਜੇ 14 ਲੋਗ, ਕਹਿੰਦੇ ਹਨ ਇਸ ਸੰਸਾਰ ਦੇ ਅੰਦਰ ਜਿਹੜੇ 14 ਲੋਕ ਵਸਦੇ, ਜਿੱਥੇ ਜਿੱਥੇ ਤਾਈਂ ਕੋਈ ਜੀਵ ਰਹਿੰਦਾ ਹੈ, ਤੂੰ ਸਭ ਕੇ ਨਿਤ ਬੰਧਨ ਜੋਗ। ਤੁਸੀਂ ਤਾਂ ਸਾਰਿਆਂ ਦੇ ਨਮਸਕਾਰ ਕਰਨ ਯੋਗ ਹੋ। ਮੇਰੀ ਇਕੱਲੀ ਦੀ ਕੀ ਗੱਲ ਹੈ, ਇਹਨਾਂ 14 ਭਵਨਾਂ ਵਿੱਚ ਜਿੰਨੇ ਪ੍ਰਾਣੀ ਰਹਿੰਦੇ ਨੇ ਸਭ ਤੁਹਾਨੂੰ ਮਾਤਾ ਜਾਣ ਨਮਸਕਾਰਾਂ ਕਰਦੇ ਹਨ। ਛੋਟ ਬਧੂ ਗੁਰ ਕੀ ਪਿਖ ਦੂਜੀ, ਇਸ ਤਰ੍ਹਾਂ ਜਿਹੜੇ ਦੂਸਰੇ ਛੋਟੇ ਸਨ ਮਾਤਾ ਨਾਨਕੀ ਜੀ, ਉਹਨਾਂ ਨੂੰ ਜਦੋਂ ਬੀਬੀ ਰਾਮੋ ਜੀ ਨੇ ਵੇਖਿਆ ਹੈ, ਮਿਲ ਕਰ ਨਮੋ ਕਰਨ ਤੇ ਪੂਜੀ। ਉਹਨਾਂ ਨੂੰ ਵੀ ਮਿਲ ਕੇ ਬੜੇ ਪ੍ਰੇਮ ਨਾਲ ਨਮਸਕਾਰ ਕੀਤੀ, ਉਹਨਾਂ ਦੀ ਪੂਜਾ ਕੀਤੀ ਹੈ। ਮਿਲੀ ਗਰੇ ਸੋ ਮੋਦ ਵਧਾਏ, ਮਨ ਅੰਦਰ ਪ੍ਰਸੰਨਤਾ ਵਧਾ ਕੇ ਉਹਨਾਂ ਦੇ ਗਲੇ ਮਿਲੇ ਹਨ। ਕੁਸ਼ਲ ਪ੍ਰਸੰਨ ਕਰ ਦੋਹਨ ਬਤਾਏ। ਇਸ ਤਰ੍ਹਾਂ ਬੀਬੀ ਰਾਮੋ ਜੀ ਨੇ ਦੋਹਾਂ ਜਾਣੀਆਂ ਨੂੰ ਸੁਖ ਸ਼ਾਂਤ ਪੁੱਛਿਆ ਹੈ। ਇਮ ਸਨਮਾਨਤ ਲੈ ਕਰ ਸੰਗ, ਇਸ ਤਰ੍ਹਾਂ ਸਨਮਾਨ ਕਰਦਿਆਂ ਆਪਣੇ ਨਾਲ ਲੈ ਕੇ ਆਈ ਸਦਨ ਅਨਦੰਤ ਅੰਗ। ਪ੍ਰਸੰਨ ਹੋ ਕੇ ਬੀਬੀ ਰਾਮੋ ਜੀ ਆਪਣੇ ਘਰ ਵਿੱਚ ਆ ਗਏ। ਸਨੈ ਸਨੈ ਸਭ ਕੋ ਉਤਰਾਵਾ, ਹੌਲੀ ਹੌਲੀ ਸਾਰੇ ਜਣਿਆਂ ਨੂੰ ਘਰ ਵਿੱਚ ਉਤਾਰਾ ਦਿੱਤਾ ਹੈ। ਸਭ ਵਾਹਨ ਕੋ ਸਿਵਰ ਕਰਾਵਾ। ਜਿੰਨੇ ਵੀ ਵਾਹਨ ਆਏ ਸਨ, ਬੈਲ ਸਨ, ਊਂਠ ਸਨ, ਜਿਨ੍ਹਾਂ ਤੇ ਸਮਾਨ ਲੱਗਦਿਆ ਸੀਗਾ, ਫਿਰ ਜਿਹੜੇ ਸੂਰਮੇ ਘੋੜਿਆਂ ਤੇ ਸਵਾਰ ਸਨ, ਉਹਨਾਂ ਦੀਆਂ ਸਵਾਰੀਆਂ ਦਾ ਟਿਕਾਣਾ ਕਰਾਇਆ ਗਿਆ ਹੈ। ਦੋਨੋਂ ਲਹੇ ਸਨੂਖਾ ਸੰਗ, ਇਸੇ ਪ੍ਰਕਾਰ ਮਾਤਾ ਗੰਗਾ ਜੀ ਆਪਣੀਆਂ ਦੋਹਾਂ ਨੂੰਹਾਂ ਨੂੰ ਨਾਲ ਲੈ ਕੇ ਆਈ ਸਦਨ ਅਨਦੰਤ ਅੰਗ। ਆਨੰਦਿਤ ਹੋ ਕੇ ਉਹ ਘਰ ਦੇ ਵਿੱਚ ਆ ਗਏ ਹਨ। ਜੋ ਸਤਿਗੁਰ ਰਹਿਤ ਰਾਖਿਓ ਮੰਦਰ, ਭਾਈ ਸਾਈਂ ਦਾਸ ਜੀ ਨੇ ਜਿਹੜਾ ਘਰ ਗੁਰੂ ਸਾਹਿਬ ਜੀ ਵਾਸਤੇ ਰੱਖਿਆ ਹੈ, ਖੋਲ ਕੇ ਵਾਰ ਉਤਾਰੇ ਅੰਦਰ। ਇਸ ਘਰ ਦੇ ਦਰਵਾਜ਼ੇ ਅੱਜ ਖੋਲੇ, ਜਦੋਂ ਦਾ ਉਹਨਾਂ ਨੇ ਬਣਾਇਆ ਸੀਗਾ। ਜੰਦਰਾ ਮਾਰ ਦਿੱਤਾ ਸੀ, ਜੰਦਰਾ ਖੋਲ ਕੇ ਘਰ ਦੇ ਦਰਵਾਜ਼ੇ ਖੋਲ ਦਿੱਤੇ ਹਨ। ਜਥਾ ਜੋਗ ਸਭ ਸੇਵਾ ਕੀਨ, ਮਾਤਾ ਜੀ ਦਾ ਉੱਥੇ ਉਤਾਰਾ ਕਰਵਾਇਆ। ਬੜਾ ਮਨ ਖੁਸ਼ ਹੋਇਆ ਕਿ ਦਰਸ਼ਨ ਕਰਨਾ ਚਾਹੁੰਦੇ ਸਨ ਵੀ ਪਹਿਲਾਂ ਗੁਰੂ ਸਾਹਿਬ ਜੀ ਮਾਤਾ ਜੀ ਦੇ ਸਮੇਤ ਇੱਥੇ ਵਸਣ। ਅੱਜ ਗੁਰੂ ਸਾਹਿਬ ਨੇ ਰਹਿਮਤਾਂ ਕੀਤੀਆਂ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਤਾਂ ਨਹੀਂ ਆਏ, ਪਰ ਗੁਰਦੇਵ ਦਾ ਪਰਿਵਾਰ ਆ ਕੇ ਉੱਥੇ ਬਿਰਾਜਮਾਨ ਹੋ ਗਿਆ ਹੈ। ਰੇਖਬ ਤੋ ਰੰਗਨ ਦਾਨਾ ਦੀਨ, ਭਾਈ ਸਾਈਂ ਦਾਸ ਜੀ ਨੇ ਯਥਾਯੋਗ ਸਭ ਦੀ ਸੇਵਾ ਕੀਤੀ ਹੈ। ਜਿੰਨੇ ਵੀ ਬੈਲ ਤੁਰੰਗ ਘੋੜੇ ਆਦਿਕ ਸਨ, ਉਹਨਾਂ ਨੂੰ ਦਾਣਾ ਪਠਾ ਆਦਿਕ ਦਿੱਤਾ ਹੈ। ਮਨ ਭਾਵਤ ਤ੍ਰਿਣ ਦਏ ਬਤਾਏ, ਤੇ ਮਨ ਭਾਉਂਦਾ ਜਿੱਥੇ ਤੀਲਾ ਆਦਿਕ ਘਾਹ ਆਦਿਕ ਹੁੰਦਾ ਸੀ, ਉਹਨਾਂ ਨੇ ਉਹ ਜਗ੍ਹਾ ਵੀ ਦੱਸ ਦਿੱਤੀ ਹੈ। ਇਹ ਆਗੇ ਮੈਂ ਰਖੇ ਬਣਾਏ। ਭਾਈ ਸਾਈਂ ਦਾਸ ਜੀ ਸੂਰਮਿਆਂ ਨੂੰ ਕਹਿੰਦੇ ਵੀ ਇਹ ਤੁਹਾਡੇ ਘੋੜਿਆਂ ਵਾਸਤੇ ਨਾ ਮੈਂ ਸਾਰਾ ਕੁਝ ਪਹਿਲਾਂ ਹੀ ਤਿਆਰ ਕਰਕੇ ਰੱਖਿਆ ਹੋਇਆ ਹੈ। ਬਹੁ ਬਿਦ ਕੇ ਆਹਾਰ ਕਰ ਤਿਆਰਾ, ਸਾਰੇ ਪਰਿਵਾਰ ਵਾਸਤੇ, ਸਿੱਖ ਸੰਗਤਾਂ ਵਾਸਤੇ ਭਾਈ ਸਾਈਂ ਦਾਸ ਜੀ ਨੇ ਲੰਗਰ ਤਿਆਰ ਕੀਤਾ ਹੈ। ਭਾਉ ਸਮੇਤ ਪਰੋਸੇ ਥਾਰਾ, ਬੜੇ ਪ੍ਰੇਮ ਦੇ ਸਹਿਤ ਥਾਲ ਪਰੋਸ ਲਏ ਹਨ। ਮ੍ਰਿਦਲਗ ਰਾਜ ਜੁਤ ਧਰ ਅਚਵਾਏ, ਮਿੱਠੇ ਕੋਮਲ ਬਚਨ ਕਹਿ ਕੇ ਸ਼ਰਧਾ ਪ੍ਰੇਮ ਭਾਉ ਦੇ ਨਾਲ ਮਾਤਾ ਜੀ ਨੂੰ ਲੰਗਰ ਛਕਾਇਆ ਹੈ। ਕਰ ਸੇਵਾ ਸਗਰੇ ਹਰ ਖਾਏ। ਇਸ ਪ੍ਰਕਾਰ ਸੇਵਾ ਕਰਕੇ ਸਾਰੇ ਜਾਣੇ ਭਾਈ ਸਾਈਂ ਦਾਸ, ਉਹਨਾਂ ਦਾ ਪਰਿਵਾਰ ਬੜਾ ਪ੍ਰਸੰਨ ਹੋਇਆ। ਸੋ ਇਹ ਕਥਾ ਡਰੋਲੀ ਨਗਰ ਦੀ, ਜਿੱਥੇ ਮਾਤਾ ਗੰਗਾ ਜੀ ਆਪਣੀਆਂ ਨੂੰਹਾਂ ਦੇ ਸਮੇਤ ਜਾ ਵਸੇ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਨਾਨਕ ਮਤੇ ਨੂੰ ਗਏ, ਜਿੱਥੇ ਨਾਨਕ ਮਤੇ ਨੂੰ ਪਠਾਨ ਆਉਣਗੇ ਔਰ ਇਸ ਜਗ੍ਹਾ ਦੀ ਰੱਖਿਆ ਗੁਰੂ ਹਰਗੋਬਿੰਦ ਸਾਹਿਬ ਜੀ ਜਿਸ ਤਰ੍ਹਾਂ ਜਾ ਕੇ ਕਰਨਗੇ। ਕੱਲ ਦੇ ਦੀਵਾਨਾਂ ਵਿੱਚ ਇਹ ਕਥਾ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ।
ਗੁਰ ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ਣੀ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀਨ ਦਰਦ ਨਿਵਾਰ, ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਧਾਰ, ਅੰਧਕੂਪ ਮਹਾ ਭਿਆਨ ਨਾਨਕ ਪਾਰ ਉਤਾਰ। ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ। ਪਾਰ, ਜੋ ਸ਼ਰਧਾ ਕਰ ਸੇ ਬੰਦੇ ਗੁਰ ਪਾਰ ਉਤਾਰਣ। ਹਾਰ, ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ, ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਤਨਸਰੀ ਮਹੱਲਾ ਪਹਿਲਾ। ਆਰਤੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। गगन में थाल रग चंद दीपक बने, तारिका मंडल जनक मोती। धूप मलयान लो पवन चबरो करे, सगल बन राय बुलंद ज्योति। कैसी आरती होए पाव खंडना तेरी आरती। अनहता शब्द बजंत पेरी, सहस ताप नैन नन नैन है तोहे को। सहस मूरत नना एक तो ही, सहस पद बिमल नन एक पद गंध बिन। सहस तब गंध एक चलत मोही, सब
सब में जोत जोत है सोए दिसदै चानण सब में चानण होए गुज साखी जोत प्रगट होए जो तिस पावे सो आरती होए हारी चरण कबल मकरंद लोभित मनो अन दिनो मोहे आई प्यासा कृपा जल दे नानक सारंग का होए जाते ते